ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੁਝ ਦਿਨ ਤੋਂ ਰਾਮਕਲੀ ਕੀ ਵਾਰ ਜੋ ਦੂਜੀ ਹੈ ਉਸ ਦੀ ਵਿਚਾਰ ਆਪਸ ਦੇ ਅੰਦਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 20 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ, ਜੋ ਕਬੀਰ ਜੀ ਦੇ ਨਾਮ ਥੱਲੇ ਹੈ, ਤੇ ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 965 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਧਰਤੀ ਸਾਧਕੀ ਦਾ ਮਤਲਬ ਜੋ ਗੁਰੂ ਦੀ ਧਰਤੀ ਹੈ। ਸਾਧ ਦਾ ਮਤਲਬ ਗੁਰੂ, ਯਾਨੀ ਗੁਰੂ ਦੀ ਧਰਤੀ ਦਾ ਮਤਲਬ ਗੁਰੂ ਦੀ ਸੰਗਤ। ਤਸਕਰ ਦਾ ਮਤਲਬ ਚੋਰ, ਵਿਕਾਰੀ ਪੁਰਸ਼। ਬੈਸੇ ਦਾ ਮਤਲਬ ਆ ਕੇ ਬਹਿ ਜਾਂਦੇ ਨੇ, ਤੇ ਗਾਹੇ ਦਾ ਮਤਲਬ ਹੈਗਾ ਗਹਿ ਕੇ, ਮੱਲ ਕੇ। ਤਾਂ ਕਬੀਰ ਜੀ ਇਹ ਬਖਸ਼ਿਸ਼ ਕਰ ਰਹੇ ਨੇ ਕਿ ਜੇ ਵਿਕਾਰੀ ਮਨੁੱਖ ਕਦੇ ਹੋਰ ਝਾਕ ਛੱਡ ਕੇ ਸਤਿਗੁਰ ਦੀ ਸੰਗਤ ਵਿੱਚ ਆ ਬੈਠਣ ਤਾਂ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ। ਜੇ ਕਿਤੇ ਵਿਕਾਰੀ ਇਨਸਾਨ ਜੋ ਚੋਰ ਆਦਿਕ ਨੇ, ਵਿਕਾਰੀ ਇਨਸਾਨ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਸੰਗਤ ਵਿੱਚ ਬਹਿ ਜਾਣ ਤਾਂ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਲਾਹੇ ਦਾ ਮਤਲਬ ਪ੍ਰਾਪਤ ਕਰਦੇ ਨੇ। ਭਾਰ ਦਾ ਮਤਲਬ ਭਾਰ ਦੇ ਨਾਲ, ਭਾਰ ਦੇ ਹੇਠਾਂ, ਤਸਕਰ ਦੇ ਭਾਰ ਹੇਠਾਂ। ਨਾ ਵਿਆਪਈ ਦੀ ਮਤਲਬ ਦਬਦੀ ਨਹੀਂ, ਭਾਵ ਅਸਰ ਨਹੀਂ ਕਬੂਲਦੀ। ਉਨਕੋ ਦਾ ਮਤਲਬ ਉਹਨਾਂ ਤਸਕਰਾਂ ਨੂੰ, ਚੋਰਾਂ ਨੂੰ, ਵਿਕਾਰੀ ਪੁਰਸ਼ਾਂ ਨੂੰ। ਲਾਹੂ ਦਾ ਮਤਲਬ ਲਾਭ ਹੀ ਲਾਭ ਮਿਲਦਾ ਹੈ। ਲਾਹੇ ਦਾ ਮਤਲਬ ਲਹੇ, ਉਹ ਤਸਕਰ ਵੀ ਲਾਭ ਲੈਂਦੇ ਨੇ। ਤਾਂ ਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਵਿਕਾਰੀ ਬੰਦਿਆਂ ਨੂੰ ਲਾਭ ਅਪੜਦਾ ਹੈ, ਲੇਕਿਨ ਗੁਰੂ ਦੀ ਸੰਗਤ ਉੱਤੇ ਉਹਨਾਂ ਵਿਕਾਰੀ ਪੁਰਸ਼ਾਂ ਦਾ ਕੋਈ ਅਸਰ ਨਹੀਂ ਹੁੰਦਾ। ਧਰਤੀ ਭਾਰ ਨਾ ਵਿਆਪਈ, ਉਹ ਧਰਤੀ ਜੋ ਗੁਰੂ ਦੀ ਸੰਗਤ ਹੈ ਉਹਦੇ ਉੱਤੇ ਉਹਨਾਂ ਚੋਰਾਂ ਦਾ, ਵਿਕਾਰੀਆਂ ਦਾ ਕੋਈ ਅਸਰ ਨਹੀਂ ਹੁੰਦਾ, ਪ੍ਰਭਾਵ ਨਹੀਂ ਪੈਂਦਾ। ਸਗੋਂ ਉਹਨਾਂ ਵਿਕਾਰੀਆਂ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਲਾਭ ਜਿਹੜਾ ਹੈ ਹੋ ਸਕਦਾ ਹੈ। ਜਿਵੇਂ ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਬਚਨ ਕੀਤਾ ਹੈ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲੇ ਅਸੰਤ, ਮਲਿਆਗਰ ਭੁਯੰਗਮ ਬੇਢਿਓ ਤਾਂ ਸ਼ੀਤਲਤਾ ਨਾ ਤਜੰਤ। ਕਿ ਜੋ ਰੱਬ ਦੇ ਪਿਆਰੇ ਨੇ, ਸ਼ਾਂਤ ਪੁਰਸ਼ ਨੇ, ਉਹ ਆਪਣੇ ਸ਼ਾਂਤੀ ਦੇ ਸੁਭਾਅ ਦਾ ਤਿਆਗ ਨਹੀਂ ਕਰਦੇ। ਬੇਸ਼ੱਕ ਉਹਨਾਂ ਨੂੰ ਹਜ਼ਾਰਾਂ ਸੈਂਕੜੇ ਲੋਕ ਵੀ ਵਿਕਾਰੀ ਮਿਲ ਜਾਣ। ਜਿਵੇਂ ਚੰਦਨ ਦੇ ਵਰਕਸ਼ ਦੇ ਚਾਰ ਚਫੇਰੇ ਜੇ ਆ ਕੇ ਉਹਨੂੰ ਸੱਪ ਘੇਰ ਲੈਣ, ਸੱਪ ਲਟਕ ਜਾਣ ਉਹਦੇ ਉੱਤੇ, ਤਾਂ ਸੱਪਾਂ ਦੀ ਸੰਗਤ ਕਰਕੇ ਚੰਦਨ ਆਪਣੀ ਸ਼ੀਤਲਤਾ ਔਰ ਸੁਗੰਧ ਨਹੀਂ ਗਵਾਉਂਦਾ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਨੇ ਉਹ ਆਪਣੇ ਸੁਭਾਅ ਨੂੰ ਨਹੀਂ ਤਿਆਗਦੇ, ਪਰ ਜਦੋਂ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਪੈਂਦਾ ਹੈ ਤਾਂ ਉਹਨੂੰ ਉਸ ਦਾ ਲਾਭ ਜਿਹੜਾ ਹੈ ਉਹ ਹੋ ਸਕਦਾ ਹੈ, ਉਹ ਉਥੋਂ ਲਾਭ ਉਠਾ ਸਕਦਾ ਹੈ। ਮਹਿਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੁਖ ਕੋ ਮੂਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਤੁਖ ਦਾ ਮਤਲਬ ਤੋ, ਜਿਹੜੇ ਚੌਲਾਂ ਦੇ ਉੱਤੇ ਛਿੱਲੜ ਚੜਿਆ ਹੁੰਦਾ ਉਹਨੂੰ ਤੁਖ ਕਹਿੰਦੇ ਨੇ। ਤੋ ਚੌਲਾਂ ਦੇ ਛਿਲਕੇ। ਲਾਏ ਦਾ ਮਤਲਬ ਲੱਗਦੀ ਹੈ। ਮੂਲੀ ਦਾ ਮਤਲਬ ਮੂਸਲ, ਜਿਹਦੇ ਨਾਲ ਚੌਲਾਂ ਨੂੰ ਛੜਿਆ ਜਾਂਦਾ ਹੈ। ਸਾਡੇ ਵਿੱਚੋਂ ਜੋ 50+ ਭੈਣਾਂ ਨੇ ਉਹਨਾਂ ਨੇ ਦੇਖਿਆ ਹੋਵੇਗਾ ਮੂਸਲ, ਜਿਹਦੇ ਨਾਲ ਚੌਲ ਵਗੈਰਾ, ਕਣਕ ਵਗੈਰਾ ਦਾਣੇ ਛੜੀਦੇ ਸੀ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਤੋਹਾਂ ਨਾਲੋਂ ਚੌਲ ਵੱਖਰੇ ਕਰਨ ਵਾਸਤੇ ਛੜਨ ਵੇਲੇ ਤੋਹਾਂ ਨੂੰ ਮੋਹਲੀ ਦੀ ਸੱਟ ਵੱਜਦੀ ਹੈ, ਮੂਸਲ ਦੀ ਸੱਟ। ਹੁਣ ਲੋੜ ਜਿਹੜੀ ਹੈ ਬੰਦੇ ਨੂੰ ਹੈ ਚੌਲਾਂ ਦੀ। ਛਿਲਕਿਆਂ ਦੇ ਵਿੱਚੋਂ ਚੌਲ ਅਲੱਗ ਕਰਨੇ ਨੇ। ਹੁਣ ਛੜਿਆ ਜਾ ਰਿਹਾ ਹੈ ਤੇ ਸੱਟ ਜਿਹੜੀ ਹੈ ਪਹਿਲੋਂ ਉਹਨਾਂ ਛਿਲਕਿਆਂ ਨੂੰ ਵੱਜਦੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਚੌਲ ਵੱਖਰੇ ਕਰਨ ਵਾਸਤੇ ਛਿਲਕਿਆਂ ਨਾਲੋਂ
ਮੂਲੀ ਦੀ ਸੱਟ, ਮੂਸਲ ਦੀ ਸੱਟ ਛਿਲਕਿਆਂ ਨੂੰ ਸਹਾਰਨੀ ਪੈਂਦੀ ਹੈ। ਇਸੇ ਤਰ੍ਹਾਂ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸ਼ੋਭਤ ਵਿੱਚ ਬਹਿੰਦਾ ਹੈ ਤਾਂ ਉਹ ਵਿਕਾਰਾਂ ਦੀ ਸੱਟ ਖਾਂਦਾ ਹੈ। ਤਬ ਪੁੱਛੇ ਧਰਮ ਰਾਏ, ਪੁੱਛੇ ਦਾ ਮਤਲਬ ਲੇਖਾ ਮੰਗਦਾ ਹੈ, ਧਰਮ ਰਾਏ ਦਾ ਮਤਲਬ ਜਿਹੜਾ ਆ ਕੁਦਰਤ ਦਾ ਬਜਵਾਂ ਕਾਨੂੰਨ ਹੈ, ਰੱਬ ਦਾ ਜੋ ਬਜਵਾਂ ਕਾਨੂੰਨ ਹੈ, ਇਹਦੇ ਅੰਦਰ ਵਿਕਾਰਾਂ ਦੀ ਸੰਗਤ ਕਰਨ ਵਾਲੇ ਨੂੰ ਸੱਟ ਸਹਾਰਨੀ ਪੈਂਦੀ ਹੈ, ਭਾਵ ਕਿ ਉਹਨੂੰ ਵੀ ਦੁੱਖ ਮਿਲਦੇ ਨੇ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਜਿਵੇਂ ਕੋਈ ਵਿਕਾਰੀ ਬੰਦਿਆਂ ਦੀ ਸੰਗਤ ਕਰਨ ਲੱਗ ਜਾਏ ਨਾ, ਚੰਗਾ ਭਲਾ ਬੰਦਾ, ਤਾਂ ਉਹਦੀ ਬਦਨਾਮੀ ਹੁੰਦੀ ਹੈ ਕਿ ਇਹਦਾ ਫਲਾਂ ਬੰਦੇ ਦੇ ਨਾਲ ਬੈਨ ਉੱਠਣਾ। ਤੇ ਸੰਗਤ ਕਰਨ ਦਾ ਮਤਲਬ ਸਾਥ ਦੇਣਾ ਵੀ ਹੁੰਦਾ ਹੈ। ਜਦੋਂ ਕੋਈ ਚੰਗਾ ਬੰਦਾ ਵੀ ਵਿਕਾਰੀਆਂ ਦਾ ਸਾਥ ਦੇਣ ਲੱਗ ਜਾਏ, ਉਹ ਕਰਮ ਕਰਨ ਲੱਗ ਜਾਏ, ਤਾਂ ਉਹਦੇ ਉੱਤੇ ਵੀ ਜਿਹੜਾ ਹੈ ਉਹ ਇਲਜ਼ਾਮ ਵੀ ਆਏਗਾ, ਮਾੜੇ ਕਰਮਾਂ ਦਾ ਉਹਨੂੰ ਦੁੱਖ ਵੀ ਸਹਾਰਨਾ ਪਵੇਗਾ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੜਾ ਬੰਦਾ ਜੈਸੀ ਸੰਗਤ ਵਿੱਚ ਮਿਲਦਾ ਹੈ ਉਹ ਉਹੋ ਜਿਹਾ ਫਲ ਖਾਂਦਾ ਹੈ, ਭਾਵ ਕਿ ਉਹ ਉਹੋ ਜਿਹਾ ਹੋ ਜਾਂਦਾ ਹੈ ਜੈਸੀ ਕੋਈ ਸੰਗਤ ਕਰੇਗਾ। ਜੇ ਕੋਈ ਚੰਗੇ ਇਨਸਾਨਾਂ ਦੀ ਸੰਗਤ ਕਰ ਰਿਹਾ ਹੈ ਤਾਂ ਉਹਦੇ ਅੰਦਰ ਸੁਭਾਵਿਕ ਹੈ ਕਿ ਸ਼ੁਭ ਗੁਣ ਆ ਜਾਣਗੇ, ਤੇ ਜੇ ਕੋਈ ਬੰਦਾ ਵਿਕਾਰੀਆਂ ਦੀ ਸੰਗਤ ਕਰਦਾ ਹੈ ਤਾਂ ਹੌਲੇ ਹੌਲੇ ਉਹ ਵਿਕਾਰੀ ਹੋਣ ਦੀ ਸੰਭਾਵਨਾ ਬਣੀ ਰਹੇਗੀ। ਤਾਂ ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਇਹਨਾਂ ਦੋ ਸ਼ਲੋਕਾਂ ਦੇ ਅੰਦਰ ਸਾਨੂੰ ਸਮਝਾਇਆ ਹੈ ਕਿ ਮਾੜੀ ਸੰਗਤ ਦਾ ਫਲ ਮਾੜਾ ਔਰ ਚੰਗੀ ਸੰਗਤ ਦਾ ਫਲ ਚੰਗਾ ਮਿਲਦਾ ਹੈ। ਇਸ ਲਈ ਸਾਨੂੰ ਚੰਗੀ ਸੰਗਤ ਕਰਨੀ ਚਾਹੀਦੀ ਹੈ, ਮਾੜਿਆਂ ਦੀ ਸੰਗਤ ਜਿਹੜੀ ਹੈ, ਵਿਕਾਰਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਸਾਨੂੰ ਗੁਣੀ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਸ ਕਰਕੇ ਸਾਡਾ ਜੀਵਨ ਚੰਗਾ ਬਣਿਆ ਰਹੇ। ਪੌੜੀ, ਆਪੇ ਹੀ ਵੱਡ ਪਰਿਵਾਰ ਆਪ ਇਕਾਤੀਆ। ਇਕਾਤੀਆ ਦਾ ਮਤਲਬ ਇਕੱਲਾ, ਨਿਰਗੁਣ। ਵੱਡ ਪਰਿਵਾਰ ਦਾ ਮਤਲਬ ਵੱਡੇ ਪਰਿਵਾਰ ਵਾਲਾ। ਇਕਾਤੀਆ ਦਾ ਮਤਲਬ ਇਕਾਂਤ ਵਿੱਚ ਰਹਿਣ ਵਾਲਾ, ਇਕੱਲਾ। ਕਿ हे ਪ੍ਰਭੂ, ਤੂੰ ਆਪ ਹੀ ਜਗਤ ਰੂਪ ਵੱਡੇ ਪਰਿਵਾਰ ਵਾਲਾ ਹੈ ਔਰ ਆਪ ਹੀ ਇਸ ਤੋਂ ਨਿਰਲੇਪ ਰਹਿਣ ਵਾਲਾ ਇਕੱਲਾ ਹੈ। ਯਾਨੀ ਨਿਰਗੁਣ ਔਰ ਸਰਗੁਣ ਸਰੂਪ ਦੋਵਾਂ ਵਿੱਚ ਤੂੰ ਇੱਕ ਹੀ ਹੈ। ਜਦੋਂ ਇਹ ਸੰਸਾਰ ਨਹੀਂ ਸੀ ਉਦੋਂ ਵੀ ਤੂੰ ਸੈਂ, ਤੇ ਹੁਣ ਤੂੰ ਇਸ ਸੰਸਾਰ ਦੇ ਅੰਦਰ ਪ੍ਰਗਟ ਹੋ ਗਿਆ ਹੈ, ਹੁਣ ਵੀ ਤੂੰ ਹੀ ਹੈ। ਇਹ ਨਿਰਗੁਣ ਸਰਗੁਣ ਸਰੂਪ ਦੋਵੇਂ ਤੇਰੇ ਨੇ, ਤੂੰ ਇੱਕ ਹੀ ਹੈ। ਨਿਰਗੁਣ ਵੀ ਤੂੰ ਹੀ ਹੈ ਤੇ ਸਰਗੁਣ ਵੀ ਤੂੰ ਹੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੂਰ। ਆਪਣੀ ਕੀਮਤ ਆਪ ਆਪੇ ਹੀ ਜਾਤੀਆ। ਜਾਤੀਆ ਦਾ ਮਤਲਬ ਜਾਣੀ। ਕਿ हे ਪ੍ਰਭੂ, ਤੂੰ ਆਪਣਾ ਮੁੱਲ ਆਪ ਹੀ ਜਾਣਦਾ, ਆਪਣੀ ਬਜ਼ੁਰਗੀ, ਆਪਣੀ ਕੀਮਤ ਤੂੰ ਆਪ ਹੀ ਜਾਣਦਾ ਹੈ। ਹੋਰ ਕੋਈ ਨਹੀਂ ਜਾਣਦਾ ਕਿ ਤੂੰ ਕਿੱਡਾ ਵੱਡਾ ਹੈ। ਤੇਰੇ ਅੰਤ ਨੂੰ ਜਾਣਿਆ ਨਹੀਂ ਜਾ ਸਕਦਾ। ਤੂੰ ਆਪਣੇ ਆਪ ਨੂੰ ਜਾਣਨ ਵਾਲਾ ਆਪ ਹੀ ਹੈ। ਸਭ ਕੁਛ ਆਪੇ ਆਪ, ਆਪ ਉਪੰਨਿਆ। ਉਪੰਨਿਆ ਦਾ ਮਤਲਬ ਪੈਦਾ ਹੋਇਆ, ਯਾਨੀ ਦਿਸ ਦੇ ਰੂਪ ਵਿੱਚ ਆਇਆ। ਸਭ ਕੁਛ ਆਪੇ ਆਪ, ਇਹ ਸਾਰਾ ਜਗਤ ਤੇਰਾ ਆਪਣਾ ਹੀ ਸਰਗੁਣ ਰੂਪ ਹੈ ਤੇ ਇਹ ਤੈਥੋਂ ਹੀ ਇਸ ਦਿਸ ਦੇ ਰੂਪ ਵਿੱਚ ਆਇਆ ਹੈ। ਯਾਨੀ ਤੂੰ ਹੀ ਨਿਰਾਕਾਰ ਤੋਂ ਸਾਕਾਰ ਹੋਇਆ ਹੈ। ਸਭ ਕੁਝ ਤੂੰ ਹੀ ਹੈ, ਨਿਰਗੁਣ ਵੀ ਤੂੰ ਹੈ, ਸਰਗੁਣ ਵੀ ਤੂੰ ਹੈ। ਇਹ ਜਿਹੜਾ ਦਿਸਦਾ ਹੋਇਆ ਸਾਰਾ ਜਗਤ ਹੈ, ਇਹ ਤੈਥੋਂ ਹੀ ਪ੍ਰਗਟ ਹੋਇਆ ਹੈ। ਤੂੰ ਹੀ ਸੰਸਾਰ ਰੂਪ ਵਿੱਚ ਪ੍ਰਗਟ ਹੋਇਆ ਹੈ। ਜਿਵੇਂ ਇੱਕ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਜਦੋਂ ਡਿੱਗਦਾ ਹੈ ਔਰ ਉਸ ਬੀਜ ਚੋਂ ਅੰਕੁਰ ਨਿਕਲਦਾ ਹੈ, ਇੱਕ ਅੰਕੁਰ ਜ਼ਮੀਨ ਦੇ ਥੱਲੇ ਨੂੰ ਔਰ ਇੱਕ ਆਕਾਸ਼ ਵੱਲ ਨੂੰ ਵੱਧਦਾ ਹੈ। ਥੱਲੇ ਵਾਲੀਆਂ ਜੜਾਂ ਔਰ ਉਤਲਾ ਅੰਕੁਰ ਤਣਾ, ਪੇੜ ਔਰ ਟਹਿਣੀਆਂ ਅਖਵਾਉਂਦਾ ਹੈ। ਹੁਣ ਉਹ ਬੀਜ ਜਿਹੜਾ ਹੈ ਨਾ, ਉਹ ਬੀਜ ਹੀ ਜੜਾਂ ਬਣ ਗਿਆ ਹੈ, ਬੀਜ ਹੀ ਤਣਾ ਬਣ ਗਿਆ ਹੈ, ਬੀਜ ਹੀ ਟਹਿਣੀਆਂ ਬਣ ਗਿਆ ਹੈ, ਬੀਜ ਹੀ ਫੁੱਲ, ਫਲ ਔਰ ਪੱਤੀਆਂ ਵਿੱਚ ਕਨਵਰਟ ਹੋ ਗਿਆ ਹੈ। ਇਸੇ ਤਰ੍ਹਾਂ हे ਪ੍ਰਭੂ, ਤੂੰ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਸਭ ਕੁਝ ਤੂੰ ਆਪ ਹੀ ਆਪ ਹੈ। ਇਹਨੂੰ ਕਹਿੰਦੇ ਨੇ ਸਭ ਕੁਝ ਆਪੇ ਆਪ, ਆਪ ਉਪੰਨਿਆ। ਕਿ ਇਹ ਸਾਰਾ ਜਗਤ ਤੇਰਾ ਆਪਣਾ ਸਰਗੁਣ ਰੂਪ ਹੈ ਤੇ ਇਹ ਤੈਥੋਂ ਹੀ ਇਸ ਦਿਸ ਦੇ ਰੂਪ ਦੇ ਅੰਦਰ ਪ੍ਰਗਟ ਹੋਇਆ ਹੈ। ਤੂੰ ਹੀ ਨਿਰਗੁਣ ਤੋਂ ਸਰਗੁਣ ਹੋਇਆ ਹੈ। ਆਪਣਾ ਕੀਤਾ ਆਪ, ਆਪ ਵਰਨਿਆ।
ਵਰਨਿਆਂ ਦਾ ਮਤਲਬ ਵਰਣਨ ਕਰਨਾ, ਬਿਆਨ ਕਰਨਾ। ਇਹ ਸਾਰੇ ਪੈਦਾ ਕੀਤੇ ਜਗਤ ਨੂੰ ਰੰਗ ਰੂਪ ਦੇਣ ਵਾਲਾ ਤੂੰ ਆਪ ਹੈ। ਤੂੰ ਆਪ ਹੀ ਇਹਨੂੰ ਬਿਆਨ ਕਰ ਸਕਦਾ ਹੈ, ਹੋਰ ਕੋਈ ਇਹਨੂੰ ਬਿਆਨ ਨਹੀਂ ਕਰ ਸਕਦਾ। ਕਿ ਇਹਦਾ ਕੋਈ ਅਸੀਂ ਅੰਤ ਨਹੀਂ ਪਾ ਸਕਦੇ, ਕਹਿ ਕਹਿ ਕੇ, ਪੜ ਪੜ ਕੇ, ਲਿਖ ਲਿਖ ਕੇ, ਵਰਣਨ ਕਰ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ। ਆਪਣਾ ਕੀਤਾ ਆਪ, ਆਪ ਵਰਣਨ ਦਾ ਮਤਲਬ ਤੂੰ ਆਪਣਾ ਕੀਤਾ ਆਪ ਹੀ ਬਿਆਨ ਕਰ ਸਕਦਾ ਹੈ, ਆਪ ਹੀ ਅੰਤ ਪਾ ਸਕਦਾ ਹੈ। ਧਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ। ਇਹ ਉਹ ਥਾਨ, ਉਹ ਅਸਥਾਨ ਧਨ ਹੈ, ਸੁਹਾਵਣਾ ਹੈ, ਜਿੱਥੇ ਤੂੰ ਵਸਿਆ ਹੋਇਆ ਹੈ। ਯਾਨੀ ਇਹ ਸਾਰਾ ਸੰਸਾਰ ਬੜਾ ਸੁਹਾਵਣਾ ਹੈ, ਇਸ ਸੰਸਾਰ ਦੇ ਅੰਦਰ ਤੂੰ ਵਸ ਰਿਹਾ ਹੈ, ਪਹਿਲੀ ਗੱਲ। ਤੇ ਦੂਜੀ ਗੱਲ, ਉਹ ਥਾਨ, ਉਹ ਸੋਚ, ਉਸ ਇਨਸਾਨ ਦਾ ਹਿਰਦਾ ਧਨਤਾ ਯੋਗ ਹੈ, ਜਿੱਥੇ ਤੂੰ ਆਵਸਤ ਹੈ, ਜਿੱਥੇ ਤੇਰੇ ਗੁਣ ਆਵਸਤੇ ਨੇ, ਉਹ ਹਿਰਦਾ ਵੀ ਮਹਾਨ ਹੋ ਜਾਂਦਾ ਹੈ, ਧਨਤਾ ਯੋਗ ਹੋ ਜਾਂਦਾ। ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿਠਾ। ਤੂੰ ਡਿਠਾ ਦਾ ਮਤਲਬ ਤੈਨੂੰ ਵੇਖਿਆ ਹੈ। ਤੇਰੇ ਉਹ ਭਗਤ ਧਨ ਨੇ, ਤੇਰੇ ਉਹ ਪਿਆਰੇ ਧਨ ਨੇ, ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ ਸੱਚ ਰੂਪ ਦੇ ਅੰਦਰ। ਯਾਨੀ ਜਿਹੜੇ ਇਸ ਸੰਸਾਰ ਨੂੰ ਤੇਰਾ ਰੂਪ ਕਰਕੇ ਜਾਣਦੇ ਨੇ, ਜਿਨ੍ਹਾਂ ਦੀ ਸੋਚ ਇੰਨੀ ਵਿਸ਼ਾਲ ਹੈ ਕਿ ਉਹ ਇਸ ਸੰਸਾਰ ਨੂੰ ਤੇਰੇ ਰੂਪ ਦੇ ਵਿੱਚ ਜਾਣਦੇ ਨੇ, ਸਮਝਦੇ ਨੇ, ਜਿਨ੍ਹਾਂ ਨੇ ਆਪਣਾ ਨਜ਼ਰੀਆ ਐਸਾ ਬਣਾ ਲਿਆ ਹੈ, ਉਹ ਤੇਰੇ ਪਿਆਰੇ ਧਨ ਨੇ, ਧਨਤਾ ਯੋਗ। ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤੁਧ। ਜਿਸ ਤੇ ਤੇਰੀ ਰਹਿਮਤ ਹੈ, ਬਖਸ਼ਿਸ਼ ਹੈ, ਉਹ ਤੇਰੀ ਸਿਫਤ ਸਲਾਹ ਕਰਦਾ ਹੈ, ਤੇਰੀ ਸਲਾਹਤ ਕਰਦਾ ਹੈ। ਸਿਫਤ ਸਲਾਹ ਕਰਨ ਦਾ ਮਤਲਬ ਤੇਰੇ ਗੁਣਾਂ ਦਾ ਧਾਰਨੀ ਹੁੰਦਾ ਹੈ। ਜੋ ਤੇਰੀ ਦਇਆ ਦਾ ਪਾਤਰ ਹੈ, ਰਹਿਮਤ ਦਾ ਪਾਤਰ ਹੈ, ਉਹਦੀ ਇਹ ਨਿਸ਼ਾਨੀ ਹੈ ਕਿ ਉਹ ਤੇਰੀ ਸਿਫਤ ਸਲਾਹ ਕਰਦਾ ਹੈ, ਤੇਰੇ ਗੁਣ ਗਾਉਂਦਾ ਹੈ, ਭਾਵ ਤੇਰੀ ਰਜਾ ਵਿੱਚ ਤੁਰਦਾ ਹੈ ਔਰ ਤੇਰੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ। ਉਹ ਤੇਰੀ ਦਇਆ ਦਾ ਪਾਤਰ ਹੈ। ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸ਼ੁੱਧ। ਸ਼ੁੱਧ ਦਾ ਮਤਲਬ ਪਵਿੱਤਰ, ਨਿਰਮਲ ਦਾ ਮਤਲਬ ਮੈਲ ਤੋਂ ਰਹਿਤ, ਭੇਟੇ ਦਾ ਮਤਲਬ ਮਿਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਸ ਨੂੰ ਗੁਰੂ ਮਿਲ ਪਏ ਉਹ ਸ਼ੁੱਧ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਜਿਸ ਨੂੰ ਗੁਰੂ ਮਿਲ ਪਏ ਭਾਵ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲਾ ਜਾਏ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਗੁਰੂ ਗਿਆਨ ਮੁਤਾਬਕ ਸੋਚੇ, ਬੋਲੇ, ਵਿਹਾਰ ਕਰੇ, ਤਾਂ ਉਹ ਇਨਸਾਨ ਮੈਲ ਤੋਂ ਰਹਿਤ ਸ਼ੁੱਧ ਪਵਿੱਤਰ ਸੋਚ ਵਾਲਾ ਬਣ ਜਾਂਦਾ ਹੈ। ਉਹਦੀ ਫਿਰ ਸੋਚ ਐਸੀ ਬਣ ਜਾਂਦੀ ਹੈ ਕਿ ਉਹਨੂੰ ਦਿਸਦਾ ਹੋਇਆ ਜਗਤ ਰੱਬ ਦਾ ਹੀ ਰੂਪ ਦਿਸਦਾ ਹੈ। ਉਹਦੀ ਸੋਚ ਵਿੱਚ, ਉਹਦੇ ਬੋਲਾਂ ਵਿੱਚ, ਉਹਦੇ ਬਿਹੇਵੀਅਰ ਵਿੱਚ ਕੋਈ ਮੈਲ ਨਹੀਂ ਰਹਿ ਜਾਂਦਾ। ਸ਼ਲੋਕ ਮਹਿਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ। ਭੂਮ ਦਾ ਮਤਲਬ ਭੂਮੀ, ਧਰਤੀ, ਰੰਗਾਵਲੀ ਦਾ ਮਤਲਬ ਰੰਗਾਵਲੀ, ਭਾਵ ਕਿ ਆਨੰਦਦਾਇਕ, ਸੁਹਾਵਣੀ। ਮੰਝ ਦਾ ਮਤਲਬ ਇਸ ਵਿੱਚ, ਵਿਸੂਲਾ ਦਾ ਮਤਲਬ ਵਿਉ ਭਰਿਆ, ਵਿਉਲਾ। ਤਾਂ ਇਹ ਧਰਤੀ ਬੜੀ ਸੁਹਾਵਣੀ ਹੈ। ਫਰੀਦਾ ਭੂਮ ਰੰਗਾਵਲੀ, ਭੂਮ ਦਾ ਮਤਲਬ ਇਹ ਦੁਨੀਆ ਬਹੁਤ ਸੁਹਾਵਣੀ ਹੈ। ਮੰਝ ਵਿਸੂਲਾ ਬਾਗ, ਪਰ ਇਸ ਦੇ ਅੰਦਰ ਬੰਦੇ ਨੇ ਜ਼ਹਿਰੀਲੀ ਸੋਚ ਦਾ ਬਾਗ ਲਾ ਦਿੱਤਾ ਹੈ। ਜ਼ਹਿਰੀਲੀ ਸੋਚ ਦਾ, ਜਿਹੜੇ ਨੇ ਨਾ ਟੋਏ ਟਿੱਬੇ, ਫਰੀਦ ਜੀ ਦੇ ਸ਼ਲੋਕ ਜਦੋਂ ਅਸੀਂ ਪੜ੍ਹਦੇ ਹਾਂ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਟੋਏ ਟਿੱਬੇ ਦਾ ਮਤਲਬ ਕਿਸੇ ਨੂੰ ਉੱਚਾ ਨੀਵਾਂ ਸਮਝਣਾ, ਮੇਰ ਤੇਰ ਦੇ ਵਿਤਕਰੇ, ਈਰਖਾ ਦਵੇਸ਼, ਵੈਰ ਵਿਰੋਧ। ਇਹ ਜ਼ਹਿਰੀਲਾ ਬਾਗ ਹੈ ਸੰਸਾਰ ਵਿੱਚ ਮਨੁੱਖ ਨੇ ਲਗਾ ਦਿੱਤਾ ਹੈ। ਸ੍ਰਿਸ਼ਟੀ ਬੜੀ ਸੁਹਾਵਣੀ ਹੈ, ਸੰਸਾਰ ਬੜਾ ਸੋਹਣਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇੱਥੇ ਦੇਖੋ, ਆਕਾਸ਼ ਵੱਲ ਝਾਤ ਮਾਰ ਕੇ ਵੇਖੋ ਤਾਂ ਸੂਰਜ, ਚੰਦਰਮਾ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ ਅਨੰਤ ਅਨੰਤ। ਇੱਥੇ ਨਦੀਆਂ, ਨਾਲੇ, ਝੀਲਾਂ, ਦਰਿਆ, ਵਨਸਪਤੀ, ਪਹਾੜ, ਝਰਨੇ, ਪਸ਼ੂ, ਪੰਛੀ, ਮਨੁੱਖ ਮਾਤਰ, ਸੋਨੇ ਚਾਂਦੀ ਆਦਿਕ ਦੀਆਂ ਖਾਨਾਂ। ਕਿੰਨਾ ਸੁਹਾਵਣਾ ਹੈ ਨਾ ਇਹ ਸੰਸਾਰ। ਕਿੰਨੀ ਸੁੰਦਰ ਹੈ ਮਨੁੱਖ ਦੀ ਦੇਹੀ, ਇਹਦੀਆਂ ਅੱਖਾਂ, ਕੰਨ, ਨੱਕ ਆਦਿਕ ਦੀ ਬਣਤਰ ਕਿੰਨੀ ਸੋਹਣੀ ਹੈ। ਸੰਸਾਰ ਕਿੰਨਾ ਸੁਹਾਵਣਾ ਹੈ। ਪਰ ਮੰਝ ਵਿਸੂਲਾ ਬਾਗ, ਪਰ ਇਸ ਕੀਮਤੀ ਧਰਤੀ ਦੇ ਅੰਦਰ, ਕੀਮਤੀ ਸੰਸਾਰ ਦੇ ਅੰਦਰ
ਮਨੁੱਖ ਨੇ ਜ਼ਹਿਰੀਲਾ ਬਾਗ ਲਾ ਦਿੱਤਾ ਹੈ, ਉਹ ਮਨੁੱਖ ਨੇ ਲਾਇਆ ਹੈ। ਤੇ ਉਹ ਬਾਗ ਕਿਹੜਾ ਹੈ ਜ਼ਹਿਰੀਲਾ? ਸਾਡੀ ਸੋਚ, ਸਾਡੀ ਮੈਂਟੈਲਿਟੀ। ਮੇਰ ਤੇਰ ਦੇ ਵਿਤਕਰੇ, ਈਰਖਾ, ਦਵੈਸ਼, ਵੈਰ, ਵਿਰੋਧ, ਕਰਪਸ਼ਨ, ਚੋਰੀ, ਬਜ਼ਾਰੀ, 2 ਨੰਬਰ ਦੇ ਧੰਦੇ, ਇਹ ਜ਼ਹਿਰੀਲਾ ਬਾਗ ਲਗਾ ਦਿੱਤਾ ਹੈ। ਇਸ ਕਰਕੇ ਇਸ ਸੰਸਾਰ ਦੇ ਅੰਦਰ ਦੁੱਖ ਨੇ। ਜੋ ਨਰ ਪੀਰ ਨਿਵਾਜਿਆ, ਤਿਨਾ ਅੰਚ ਨਾ ਲਾਗ। ਅੰਚ ਦਾ ਮਤਲਬ ਅੱਗ, ਸੇਕ। ਪੀਰ ਦਾ ਮਤਲਬ ਪੀਰ ਨੇ, ਗੁਰੂ ਨੇ। ਨਿਵਾਜਿਆ ਦਾ ਮਤਲਬ ਜਿਸ ਨੂੰ ਬਚਾਇਆ ਹੈ, ਜਿਸ ਨੂੰ ਗੁਰੂ ਨੇ ਬਚਾਇਆ ਹੈ, ਜਿਸ ਤੇ ਗੁਰੂ ਨੇ ਰਹਿਮਤ ਕੀਤੀ ਹੈ, ਉਹਨਾਂ ਨੂੰ ਇਸ ਜ਼ਹਿਰ ਦੀ, ਵਿਕਾਰਾਂ ਦੀ ਸੇਕ ਨਹੀਂ ਲੱਗਦਾ, ਉਹਨਾਂ ਨੂੰ ਅੱਗ ਨਹੀਂ ਲੱਗਦੀ। ਇਹ ਸੰਸਾਰ ਇੱਕ ਬੜਾ ਸੁਹਾਵਣਾ ਬਾਗ ਹੈ। ਇਸ ਸੁਹਾਵਣੇ ਬਾਗ ਦੇ ਅੰਦਰ ਮਨੁੱਖ ਨੇ ਮਾੜੀ ਸੋਚ ਦਾ ਜ਼ਹਿਰ ਪੈਦਾ ਕਰ ਲਿਆ ਹੈ। ਉਸ ਜ਼ਹਿਰ ਦੇ ਕਾਰਨ ਵਿਕਾਰਾਂ ਦੀ ਅੱਗ ਦੇ ਅੰਦਰ ਬੰਦਾ ਸੜ ਰਿਹਾ ਹੈ। ਪਰ ਗੁਰੂ ਜੀ ਕਹਿੰਦੇ ਨੇ ਉਹ ਲੋਕ ਹੀ ਸੜਦੇ ਨੇ ਜੋ ਗੁਰੂ ਦੀ ਰਾਖੀ ਤੋਂ ਪਾਰ ਨੇ, ਜੋ ਗੁਰੂ ਦੇ ਗਿਆਨ ਨੂੰ ਯੂਜ ਨਹੀਂ ਕਰਦੇ। ਪਰ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਇਹਨਾਂ ਵਿਕਾਰਾਂ ਦੀ ਅੱਗ ਨਹੀਂ ਲੱਗਦੀ, ਉਹ ਇਸ ਜ਼ਹਿਰੀਲੀ ਸੋਚ ਤੋਂ ਬਚ ਜਾਂਦੇ ਨੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹ ਜੋ ਸੰਸਾਰ ਹੈ ਬੜਾ ਸੁਹਾਵਣਾ ਹੈ। ਇਹਦੇ ਅੰਦਰ ਜੋ ਜ਼ਹਿਰੀਲੀ ਸੋਚ ਦਾ ਇੱਕ ਬਾਗ ਲਗਾ ਦਿੱਤਾ ਹੈ ਮਨੁੱਖ ਨੇ, ਉਹਨੂੰ ਬਦਲਿਆ ਜਾ ਸਕਦਾ ਹੈ, ਉਹਨੂੰ ਅੰਮ੍ਰਿਤ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ ਜੇ ਗੁਰੂ ਦਾ ਗਿਆਨ ਲੈ ਕੇ ਬੰਦਾ ਜ਼ਿੰਦਗੀ ਜੀਵੇ, ਇਹਨਾਂ ਵਿਕਾਰਾਂ ਤੋਂ ਬਚੇ ਔਰ ਸ਼ੁਭ ਗੁਣਾਂ ਦੇ ਬੀਜ ਬੀਜੇ। ਮਹਿਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ, ਸੰਗ ਸੁਵਨੜੀ ਦੇਹ। ਸੁਵਨੜੀ ਦਾ ਮਤਲਬ ਸੋਹਣੀ, ਸੁਹਾਵੜੀ ਦਾ ਮਤਲਬ ਸੁਹਾਵਲੀ, ਸੁਖਾਵਲੀ, ਸੁਖਾਂ ਭਰੀ। ਸੰਗ ਦਾ ਮਤਲਬ ਉਮਰ ਦੇ ਨਾਲ ਨਾਲ। ਸੁਵੰਨੀ ਦਾ ਮਤਲਬ ਸੋਹਣਾ ਰੰਗ, ਸੁਵਨੜੀ ਸੋਹਣੇ ਰੰਗ ਵਾਲੀ ਸ਼ਰੀਰ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਹੈ ਔਰ ਉਹਨਾਂ ਬੰਦਿਆਂ ਦਾ ਜੀਵਨ, ਸ਼ਰੀਰ ਸੋਹਣਾ ਹੈ। ਕਿੰਨਾ ਦਾ? ਰੋਗ ਰਹਿਤ ਹੈ। ਕਿੰਨਾ ਦਾ? ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨਹੀਂ। ਨਹੀਂ ਦਾ ਮਤਲਬ ਪਿਆਰ, ਪਾਈਨ ਦਾ ਮਤਲਬ ਪਾਏ ਜਾਂਦੇ ਨੇ, ਲੱਭਦੇ ਨੇ। ਜਿਨ੍ਹਾਂ ਦਾ ਪਿਆਰ ਪਿਆਰੇ ਪ੍ਰਭੂ ਦੇ ਨਾਲ ਹੈ। ਵਿਸੂਲਾ ਬਾਗ ਤੇ ਦੁੱਖ ਅਗਨੀ ਉਹਨਾਂ ਨੂੰ ਛੂੰਹਦੇ ਨਹੀਂ। ਪਰ ਐਸੇ ਬੰਦੇ ਵਿਰਲੇ ਵਿਰਲੇ ਨੇ, ਵਿਰਲੇ ਪਾਈਨ, ਵਿਰਲੇ ਵਿਰਲੇ ਨੇ। ਯਾਨੀ ਇਹ ਜਿਹੜੀ ਉਮਰ ਸੁਹਾਵਣੀ ਹੈ, ਸੁੱਖਾਂ ਦੀ ਭਰੀ ਹੈ, ਸਰੀਰ ਬੜਾ ਸੁੰਦਰ ਹੈ, ਭਾਵ ਸਰੀਰ ਦੇ ਕੰਮ ਬੜੇ ਸੁੰਦਰ ਨੇ, ਗਿਆਨ ਇੰਦਰੀਆਂ ਦੇ। ਉਮਰ ਸਾਰੀ ਦੀ ਸਾਰੀ ਸੁੱਖਾਂ ਦੇ ਵਿੱਚ ਬੀਤਦੀ ਹੈ। ਕੌਣ? ਜਿਨ੍ਹਾਂ ਨੂੰ ਪੀਰ ਨੇ ਨਿਵਾਜਿਆ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਹੈ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਉਹ ਵਿਰਲੇ ਨੇ, ਜ਼ਿਆਦੇ ਨਹੀਂ, ਵਿਰਲੇ ਵਿਰਲੇ ਨੇ, ਜਿਨ੍ਹਾਂ ਦੀ ਉਮਰ ਸੁੱਖਾਂ ਨਾਲ ਬੀਤਦੀ ਹੈ, ਜਿਨ੍ਹਾਂ ਦੇ ਉੱਤੇ ਵਿਹੋਲੇ ਬਾਗ ਦਾ ਕੋਈ ਅਸਰ ਨਹੀਂ ਹੈ, ਜਿਨ੍ਹਾਂ ਨੂੰ ਦੁੱਖਾਂ ਦੀ ਅੱਗ ਜਿਹੜੀ ਵਿਕਾਰਾਂ ਦੀ ਸਾੜਦੀ ਨਹੀਂ। ਉਹ ਲੋਕ ਵਿਰਲੇ ਵਿਰਲੇ ਨੇ ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤ ਦੇ ਕੇ ਬਚਾਇਆ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇਸ ਦੁਨੀਆ ਦੇ ਅੰਦਰ ਇਹਨਾਂ ਵਿਕਾਰਾਂ ਪਾਪਾਂ ਤੋਂ ਬਚਿਆ ਜਾ ਸਕਦਾ ਹੈ, ਆਪਣੀ ਉਮਰ ਨੂੰ ਸੁਹਾਵਣੀ, ਸੁਖਾਵਲੀ ਬਣਾਇਆ ਜਾ ਸਕਦਾ ਹੈ। ਔਰ ਜੋ ਸਰੀਰ ਹੈ ਸਾਡਾ, ਇਹਨੂੰ ਕਾਮ, ਕ੍ਰੋਧ ਆਦਿਕ ਰੋਗਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਪੌੜੀ। ਜਪ ਤਪ ਸੰਜਮ ਦਇਆ ਧਰਮ, ਜਿਸ ਦੇਹ ਸੋ ਪਾਏ। ਹੁਣ ਇੱਥੇ ਜਪ, ਤਪ, ਸੰਜਮ, ਦਇਆ ਔਰ ਧਰਮ ਆਦਿਕ, ਇਹਨਾਂ ਕਰਮਾਂ ਦੇ ਵਿੱਚ ਆਮ ਲੋਕ ਲੱਗੇ ਰਹਿੰਦੇ ਨੇ। ਕੋਈ ਜਪ ਜਪ ਰਿਹਾ ਹੈ, ਕੋਈ ਤਪ ਤਪ ਰਿਹਾ ਹੈ, ਕੋਈ ਗਿਆਨ ਇੰਦਰੀਆਂ ਨੂੰ ਰੋਕਣ ਦੇ ਸੰਜਮ ਵਿੱਚ ਲੱਗਾ ਹੈ, ਯੋਗਾ ਵਗੈਰਾ ਕਰਨ ਵਿੱਚ, ਕੋਈ ਜੀਵਾਂ ਦੇ ਉੱਤੇ ਦਇਆ ਕਰਦਾ ਹੈ, ਜੀਵ ਜੰਤੂਆਂ ਨੂੰ ਭੋਜਨ ਆਦਿਕ, ਔਰ ਕੋਈ ਧਰਮ ਦੇ ਕਰਮ ਕਰਦਾ ਹੈ ਜੀਵਨ ਦੇ ਅੰਦਰ ਸੁਖੀ ਔਰ ਸ਼ਾਂਤ ਰਹਿਣ ਲਈ। ਪਰ ਗੁਰੂ ਜੀ ਕਹਿੰਦੇ ਨੇ ਜਿਸ ਦੇਹ ਸੋ ਪਾਏ। ਇਹਦਾ ਮਤਲਬ ਇਹ ਨਹੀਂ ਕਿ ਜਪ ਤਪ ਸੰਜਮ ਜਿਨ੍ਹਾਂ ਨੂੰ ਦਿੰਦਾ ਹੈ ਉਹ ਪਾ ਲੈਂਦੇ ਨੇ। ਇੱਥੇ ਦੇਹ ਦਾ ਮਤਲਬ ਜਿਸ ਨੂੰ ਪ੍ਰਭੂ ਨੇ ਨਾਮ ਦੀ ਦਾਤ ਦਿੱਤੀ ਹੈ, ਗੁਣਾਂ ਦੀ ਦਾਤ ਦਿੱਤੀ ਹੈ, ਰਜਾ ਦੀ ਦਾਤ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਭੂ ਸਿਫਤ ਸਲਾਹ ਦੀ ਦਾਤ ਦਿੰਦਾ ਹੈ, ਆਪਣੇ ਹੁਕਮ ਦੀ ਸੂਝ ਬਖਸ਼ਦਾ ਹੈ, ਉਹਨਾਂ ਨੂੰ ਇਹ ਸਾਰੇ ਪਦਾਰਥ ਆਪੇ ਹੀ ਮਿਲ ਜਾਂਦੇ। ਉਹਨਾਂ ਨੂੰ ਇਹਨਾਂ ਦੀ ਲੋੜ ਨਹੀਂ ਰਹਿੰਦੀ ਜਪ ਕਰਨ ਦੀ, ਤਪ ਕਰਨ ਦੀ, ਸੰਜਮਾਂ ਦੀ,
ਔਰ ਬਾਕੀ ਆ ਜੋ ਦਇਆ ਧਰਮ ਆਦਿਕ ਜੋ ਧਰਮ ਦੇ ਵਿਖਾਵੇ ਦੇ ਕਰਮ ਨੇ, ਕਰਮ ਕਾਂਡ, ਇਹ ਸਾਰੇ ਉਹਦੇ ਵਿੱਚ ਹੀ ਆ ਗਏ। ਜਿਸ ਦੇਹ ਸੋ ਪਾਏ, ਜਿਨ੍ਹਾਂ ਨੂੰ ਪ੍ਰਭੂ ਸਿਫਤ ਸਲਾਹ ਦੀ ਦਾਤ ਦਿੰਦਾ ਹੈ, ਉਹ ਸਿਫਤ ਸਲਾਹ ਦੀ ਦਾਤ ਪਾਉਂਦਾ ਹੈ ਤੇ ਉਹਨਾਂ ਨੂੰ ਫਿਰ ਇਹਨਾਂ ਕਰਮਾਂ ਦੀ ਲੋੜ ਨਹੀਂ ਪੈਂਦੀ। ਅਗਲੇ ਪੰਕਤੀ ਦੇ ਵਿੱਚ ਸਪਸ਼ਟ ਕਰ ਰਹੇ ਨੇ, ਜਿਸ ਬੁਝਾਏ ਹੈ ਅਗਨ ਆਪ, ਸੋ ਨਾਮ ਧਿਆਏ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਧਿਆਏ ਦਾ ਮਤਲਬ ਧਿਆਨ ਵਿੱਚ ਰੱਖਦਾ ਹੈ। ਜਿਨ੍ਹਾਂ ਦੀ ਵਿਕਾਰਾਂ ਦੀ ਅੱਗ ਪ੍ਰਭੂ ਆਪ ਬੁਝਾਉਂਦਾ ਹੈ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਧਿਆਨ ਦੇ ਅੰਦਰ ਰੱਬੀ ਗੁਣਾਂ ਨੂੰ ਰੱਖਦੇ ਨੇ। ਉਹ ਆਪਣਾ ਧਿਆਨ ਰੱਬੀ ਗੁਣਾਂ ਦੇ ਨਾਲ ਜੋੜਦੇ ਨੇ, ਉਹ ਰੱਬੀ ਰਜ਼ਾ ਵਿੱਚ ਤੁਰਦੇ ਨੇ। ਨਾਮ ਮੀਨਸ ਹੁਕਮ, ਨਾਮ ਮੀਨਸ ਰੱਬ ਦੀ ਸਿਫਤ ਸਲਾਹ, ਧਿਆਏ ਦਾ ਮਤਲਬ ਧਿਆਉਂਦੇ ਨੇ, ਯਾਦ ਰੱਖਦੇ ਨੇ, ਭਾਵ ਕਿ ਉਹ ਰੱਬੀ ਸਿਫਤ ਸਲਾਹ ਦੇ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਦੀ ਅੱਗ ਪ੍ਰਭੂ ਆਪ ਬੁਝਾਉਂਦਾ ਹੈ। ਤਾਂ ਜਿਨ੍ਹਾਂ ਦੇ ਨਾਮ ਦੀ ਦਾਤ ਮਿਲੀ, ਮੀਨਸ ਜੋ ਰੱਬੀ ਰਜ਼ਾ ਦੇ ਵਿੱਚ ਤੁਰੇ, ਰੱਬੀ ਗੁਣਾਂ ਦੇ ਨਾਲ ਜੋ ਜੁੜ ਗਏ, ਉਹਨਾਂ ਦੀ ਵਿਕਾਰਾਂ ਦੀ ਅੱਗ ਬੁਝ ਗਈ। ਜਿਨ੍ਹਾਂ ਨੂੰ ਪ੍ਰਭੂ ਨੇ ਦਾਤ ਦਿੱਤੀ ਤੇ ਉਹਨਾਂ ਨੂੰ ਜਪ ਤਪ ਸੰਜਮ ਆਦਿਕ ਦੀ ਲੋੜ ਨਹੀਂ ਰਹਿੰਦੀ। ਅੰਤਰਜਾਮੀ ਅਗੰਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਅੰਤਰਜਾਮੀ ਦਾ ਮਤਲਬ ਘਟ ਘਟ ਦੀ ਜਾਣਨ ਵਾਲਾ, ਅਗੰਮ ਦਾ ਮਤਲਬ ਅਪਹੁੰਚ, ਪੁਰਖ ਦਾ ਮਤਲਬ ਰਮਿਆ ਹੋਇਆ। ਘਟ ਘਟ ਦੀ ਜਾਣਨ ਵਾਲਾ, ਅਪਹੁੰਚ, ਵਿਆਪਕ ਪ੍ਰਭੂ। ਇੱਕ ਦ੍ਰਿਸ਼ਟ ਦਿਖਾਏ ਦਾ ਮਤਲਬ ਮਿਹਰ ਦੀ ਨਜ਼ਰ ਜਿਨ੍ਹਾਂ ਵੱਲ ਕਰਦਾ ਹੈ। ਸਾਧ ਸੰਗਤ ਕੈ ਆਸਰੈ, ਪ੍ਰਭ ਸਿਉ ਰੰਗ ਲਾਏ। ਰੰਗ ਦਾ ਮਤਲਬ ਪਿਆਰ। ਉਹ ਸਤਸੰਗ ਦੇ ਆਸਰੇ ਪ੍ਰਭੂ ਦੇ ਨਾਲ ਇੱਕ ਪ੍ਰੀਤ ਪਾ ਲੈਂਦਾ ਹੈ। ਯਾਨੀ ਅੰਤਰਜਾਮੀ ਪ੍ਰਭੂ ਜਿਸ ਦੇ ਉੱਤੇ ਰਹਿਮਤ ਕਰਦਾ ਹੈ, ਉਹ ਗੁਰੂ ਦੇ ਚਰਨਾਂ ਦੀ ਸੰਗਤ ਕਰਦੇ ਆਸਰੇ ਪ੍ਰਭੂ ਦੇ ਨਾਲ ਆਪਣੀ ਪ੍ਰੀਤ ਬਣਾ ਲੈਂਦਾ ਹੈ। ਯਾਨੀ ਉਹ ਸੰਗਤ ਕਰਦਾ ਹੈ ਸੱਚ ਦੀ, ਗੁਰੂ ਦੀ, ਔਰ ਗੁਰੂ ਦੀ ਸੰਗਤ ਕਰਕੇ ਉਹ ਪ੍ਰਭੂ ਦੇ ਨਾਲ ਆਪਣੀ ਪ੍ਰੀਤ ਬਣਾਉਂਦਾ ਹੈ, ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਉਂਦਾ ਹੈ, ਜਿਸ ਤੇ ਦਇਆ ਹੈ, ਯਾਨੀ ਜਿਹੜਾ ਦਇਆ ਦਾ ਪਾਤਰ ਬਣ ਗਿਆ। ਔਗਣ ਕੱਟ ਮੁਖ ਉਜਲਾ, ਹਰ ਨਾਮ ਤਰਾਏ। ਕੱਟ ਦਾ ਮਤਲਬ ਕੱਟ ਕੇ, ਨਾਮ ਦਾ ਮਤਲਬ ਨਾਮ ਦੀ ਰਾਹੀਂ, ਪ੍ਰਭੂ ਦੇ ਸਿਫਤ ਸਲਾਹ ਦੀ ਰਾਹੀਂ ਪ੍ਰਭੂ ਉਹਦੇ ਸਾਰੇ ਔਗਣ ਕੱਟ ਕੇ ਉਹਨੂੰ ਸੁਰਖਰੂ ਕਰਦਾ ਹੈ ਤੇ ਆਪਣੇ ਸਿਫਤ ਸਲਾਹ ਦੀ ਰਾਹੀਂ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ। ਨਾਮ ਤਰਾਏ ਦਾ ਮਤਲਬ ਸਿਫਤ ਸਲਾਹ ਦੇ ਜ਼ਰੀਏ। ਤਾਂ ਇਹ ਗੱਲ ਸਮਝਣ ਵਾਲੀ ਹੈ ਕਿ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਰੱਬ ਦੇ ਗੁਣ ਆ ਜਾਣਗੇ, ਉਥੋਂ ਔਗਣ ਆਟੋਮੈਟਿਕਲੀ ਚਲੇ ਜਾਣਗੇ। ਉਹ ਔਗਣਾਂ ਚੋਂ ਪਾਰ ਹੋ ਜਾਏਗਾ, ਉਹਦਾ ਮੁਖ ਉਜਲਾ ਹੋ ਜਾਏਗਾ, ਉਹਦੇ ਅਵਗੁਣ ਖਤਮ ਹੋ ਜਾਣਗੇ। ਤਾਂ ਪ੍ਰਭੂ ਉਹਦੇ ਸਾਰੇ ਔਗਣ ਕੱਟ ਕੇ ਸੁਰਖਰੂ ਕਰਦਾ ਹੈ, ਆਪਣੀ ਸਿਫਤ ਸਲਾਹ ਦੀ ਰਾਹੀਂ ਆਪਣੇ ਗੁਣਾਂ ਵਿੱਚ ਜੋੜ ਕੇ ਉਸ ਦਾ ਪਾਰ ਉਤਾਰਾ ਕਰਦਾ। ਜਨਮ ਮਰਨ ਭਉ ਕੱਟਿਓਨ। ਜਨਮ ਮਰਨ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਦਾ। ਭਉ ਦਾ ਮਤਲਬ ਡਰ, ਕੱਟਿਓਨ ਦਾ ਮਤਲਬ ਉਹਦਾ ਕੱਟਿਆ ਜਾਂਦਾ ਹੈ। ਫਿਰ ਜੋਨ ਨਾ ਪਾਏ। ਜੋਨ ਦਾ ਮਤਲਬ ਪਸ਼ੂ ਬਿਰਤੀਆਂ। ਐਸਾ ਇਨਸਾਨ ਫਿਰ ਪਸ਼ੂ ਬਿਰਤੀਆਂ ਵਿੱਚ ਮੁੜ ਕੇ ਨਹੀਂ ਪੈਂਦਾ। ਜੋ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ, ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ। ਜੋ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ, ਜਿਸ ਨੇ ਗੁਰੂ ਦੀ ਸੰਗਤ ਕੀਤੀ, ਜੋ ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ ਗਿਆ, ਉਹਦੀ ਸਾਰੀ ਜ਼ਿੰਦਗੀ ਦਾ ਡਰ ਖਤਮ ਹੋ ਗਿਆ, ਕਿਉਂਕਿ ਡਰੇਗਾ ਉਹ ਜਿਹੜਾ ਪਾਪ ਕਮਾਏਗਾ। ਸੋ ਡਰੇ ਜੇ ਪਾਪ ਕਮਾਉਣ ਦਾ ਧਰਮੀ ਵਿਕਸਿਤ। ਤੇ ਐਸਾ ਇਨਸਾਨ ਮੁੜ ਕੇ ਫਿਰ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਜਿਹਦਾ ਇੱਕ ਵਾਰੀ ਇਹ ਭੌ ਕੱਟਿਆ ਜਾਏ ਨਾ, ਮੁੜ ਕੇ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਜਿਵੇਂ ਸ਼ੇਖ ਸੱਜਣ ਸੀ ਤਾਂ ਲੋਕਾਂ ਨੂੰ ਲੁੱਟਦਾ ਸੀ, ਕਤਲ ਕਰਦਾ ਸੀ, ਪਰ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਉਹਨੂੰ ਗਿਆਨ ਦੀ ਦਾਤ ਦਿੱਤੀ, ਉਹਨੂੰ ਐਸੀ ਇੱਕ ਸੋਚ ਮਿਲ ਗਈ, ਤਾਂ ਮੁੜ ਕੇ ਸੱਜਣ ਨੇ ਕਤਲ ਨਹੀਂ ਕੀਤੇ, ਮੁੜ ਕੇ ਉਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਨਹੀਂ ਹੋਈਆਂ। ਕੌਡਾ ਭੀਲ ਜੋ ਲੋਕਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਤਲ ਤਲ ਕੇ ਮਾਰਦਾ ਹੈ, ਪਰ ਜਦੋਂ ਗੁਰੂ ਦਾ ਗਿਆਨ ਮਿਲਿਆ ਨਾ, ਸਮਝ ਆ ਗਈ, ਸੋਚ ਬਦਲ ਗਈ, ਤਾਂ ਉਸ ਤੋਂ ਬਾਅਦ ਉਹਨੇ ਲੋਕਾਂ ਨੂੰ ਮਾਰਿਆ ਨਹੀਂ, ਉਹ ਲੋਕਾਂ ਨੂੰ ਜੀਵਨ ਦਾਨ ਦੇਣ ਵਾਲਾ ਬਣ ਗਿਆ। ਭੂਮੀਆਂ ਚੋਰੀਆਂ ਕਰਦਾ ਸੀ ਨਾ, ਪਰ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਫਿਰ ਉਹ ਪਸ਼ੂ ਬਿਰਤੀਆਂ ਵਿੱਚ ਨਹੀਂ ਪਿਆ, ਚੋਰੀਆਂ ਨਹੀਂ ਕੀਤੀਆਂ, ਉਹ ਗੁਰੂ ਦਾ ਭਾਈ ਹੋ ਗਿਆ। ਇਸੇ ਨੂੰ ਕਹਿੰਦੇ ਨੇ ਜਨਮ ਮਰਨ ਭਉ ਕੱਟਿਓਨ। ਪ੍ਰਭੂ ਆਪਣੇ ਗੁਣਾਂ ਦੀ ਦਾਤ ਦੇ ਕੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਉਹਦਾ ਡਰ ਖਤਮ ਕਰ ਦਿੰਦਾ ਹੈ। ਮੁੜ ਕੇ ਉਹ ਇਨਸਾਨ ਪਸ਼ੂ ਬਿਰਤੀਆਂ ਦੇ ਵਿੱਚ ਨਹੀਂ ਪੈਂਦਾ।
ਅੰਧਕੂਪ ਤੇ ਕਾਢਿਆਨ ਲੜ ਆਪ ਫੜਾਏ। ਜਿਹਨੂੰ ਇੱਥੇ ਜੋਨ ਕਹਿ ਰਹੇ ਨੇ ਪਸ਼ੂ ਬਿਰਤੀਆਂ, ਅਗਲੀ ਪੰਕਤੀ ਵਿੱਚ ਉਹਨੂੰ ਅੰਧਕੂਪ ਕਹਿ ਰਹੇ ਨੇ। ਅੰਧਕੂਪ ਤੇ ਕਾਢਿਆਨ ਲੜ ਆਪ ਫੜਾਏ, ਆਪਣਾ ਪੱਲਾ ਫੜਾ ਕੇ, ਆਪਣੇ ਗਿਆਨ ਦੀ ਦਾਤ ਦੇ ਕੇ, ਹੁਕਮ ਦੀ ਸੂਝ ਬਖਸ਼ ਕੇ। ਅੰਧਕੂਪ ਦਾ ਮਤਲਬ ਅੰਨਾ ਖੂਹ, ਉਹ ਖੂਹ ਜਿਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਤਾਂ ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ, ਉਹਨਾਂ ਨੂੰ ਮਾਇਆ ਮੋਹ ਦੇ ਕੁੱਪ ਹਨੇਰੇ ਵਿੱਚੋਂ ਬਾਹਰ ਕੱਢ ਲਿਆ। ਉਹ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਨਹੀਂ ਪੈਂਦੇ, ਉਹ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦੇ, ਉਹ ਕਾਮ ਕ੍ਰੋਧ ਲੋਭ ਵਿੱਚ ਨਹੀਂ ਪੈਂਦੇ, ਉਹ ਫਿਰ ਮੁੜ ਕੇ ਅਗਿਆਨਤਾ ਭਰੇ ਕਰਮ ਨਹੀਂ ਕਰਦੇ। ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ। ਬਖਸ਼ ਦਾ ਮਤਲਬ ਬਖਸ਼ ਕੇ, ਮਿਹਰ ਕਰਕੇ। ਮਿਲਾਇਨ ਦਾ ਮਤਲਬ ਮਿਲਾ ਲੈ। ਤਾਂ ਪ੍ਰਭੂ ਨੇ ਉਹਨਾਂ ਨੂੰ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ ਹੈ ਔਰ ਉਹਨਾਂ ਨੂੰ ਆਪਣੇ ਗਲੇ ਲਾ ਕੇ ਰੱਖ ਲਿਆ ਹੈ, ਆਪਣੀ ਸ਼ਰਨ ਦੇ ਅੰਦਰ ਰੱਖਿਆ ਹੈ। ਭਾਵ ਕਿ ਫਿਰ ਉਹ ਹਮੇਸ਼ਾ ਰੱਬੀ ਰਜ਼ਾ ਦੇ ਨਾਲ ਜੁੜੇ ਰਹਿੰਦੇ ਨੇ। ਤੇ ਜੋ ਰੱਬੀ ਰਜ਼ਾ ਨਾਲ ਜੁੜ ਜਾਂਦਾ ਹੈ, ਜੋ ਰੱਬੀ ਗੁਣਾਂ ਨਾਲ ਜੁੜ ਜਾਂਦਾ ਹੈ, ਉਹ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚ ਜਾਂਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਮੁਹੱਬਤ ਜਿਸ ਖੁਦਾਏ ਦੀ, ਰੱਤਾ ਰੰਗ ਚਲੂਲ। ਚਲੂਲ ਦਾ ਮਤਲਬ ਚੂੰ ਲਾਲ ਹੈ, ਗੁਲੇ ਲਾਲ, ਲਾਲ ਗੂੜੇ ਰੰਗ ਵਿੱਚ। ਇੱਥੇ ਚਲੂਲ ਦਾ ਮਤਲਬ ਗੂੜਾ ਲਾਲ ਰੰਗ। ਮੁਹੱਬਤ ਦਾ ਮਤਲਬ ਪਿਆਰ। ਤਾਂ ਜਿਸ ਮਨੁੱਖ ਨੂੰ ਰੱਬ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ, ਉਹਦੀ ਫਿਰ ਇਹ ਨਿਸ਼ਾਨੀ ਹੈ ਕਿ ਉਹ ਪ੍ਰਭੂ ਦੇ ਗੂੜੇ ਪਿਆਰ ਦੇ ਅੰਦਰ ਰੰਗਿਆ ਜਾਂਦਾ ਹੈ, ਗੂੜੇ ਪ੍ਰੇਮ ਦੇ ਅੰਦਰ ਰੰਗਿਆ ਜਾਂਦਾ ਹੈ ਉਹ ਇਨਸਾਨ, ਜਿਸ ਨੂੰ ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਏ। ਜਿਵੇਂ ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੇ, ਉਹਨਾਂ ਨੂੰ ਗੁਰੂ ਦੀ ਪ੍ਰੀਤ ਪ੍ਰਾਪਤ ਹੋਈ ਤੇ ਗੁਰੂ ਦੀ ਪ੍ਰੀਤ ਦੇ ਅੰਦਰ ਇੰਨੇ ਰੰਗੇ ਗਏ ਕਿ ਉਹਨਾਂ ਨੂੰ ਦੇਗਾਂ ਵਿੱਚ ਉਬਾਲ ਕੇ ਵੀ ਉਹਨਾਂ ਦਾ ਰੰਗ ਲੱਥਾ ਨਹੀਂ, ਨਾ ਕੋਈ ਲਾ ਸਕਿਆ, ਨਾ ਉਹਨਾਂ ਦੇ ਵਿੱਚੋਂ ਸੱਚ ਨੂੰ ਕੋਈ ਦੂਰ ਕਰ ਸਕਿਆ। ਤਾਂ ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੁੰਦੀ ਹੈ, ਪ੍ਰਭੂ ਦਾ ਪਿਆਰ ਮਿਲਦਾ ਹੈ, ਉਹ ਗੂੜੇ ਰੰਗ ਦੇ ਅੰਦਰ ਰੰਗੇ ਜਾਂਦੇ ਨੇ। ਨਾਨਕ ਵਿਰਲੇ ਪਾਈ ਹੈ, ਤਿਸ ਜਨ ਕੀਮ ਨਾ ਮੂਲ। ਕੀਮ ਦਾ ਮਤਲਬ ਕੀਮਤ, ਪਾਈਆਂ ਦਾ ਮਤਲਬ ਮਿਲਦੇ ਨੇ, ਨਾ ਮੂਲ ਦਾ ਮਤਲਬ ਬਿਲਕੁਲ ਨਹੀਂ, ਮੂਲੋਂ ਹੀ ਨਹੀਂ। ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ ਜਿਹੜਾ ਪ੍ਰਭੂ ਦੇ ਪ੍ਰੇਮ ਅੰਦਰ ਰੰਗਿਆ ਗਿਆ ਹੈ। ਉਹਦੀ ਕੋਈ ਮਹਾਨਤਾ ਨੂੰ ਬਿਆਨ ਨਹੀਂ ਕਰ ਸਕਦਾ। ਪਰ ਵਿਰਲੇ ਪਾਈਆਂ, ਇਹੋ ਜਿਹੇ ਲੋਕ ਵਿਰਲੇ ਲੱਭਦੇ ਨੇ, ਬਹੁਤੇ ਨਹੀਂ। ਵਿਰਲੇ ਵਿਰਲੇ ਨੇ ਜਿਨ੍ਹਾਂ ਦੇ ਅੰਦਰ ਇਹ ਪ੍ਰੀਤ ਮਨ, ਬਚਨ ਔਰ ਕਰਮ ਕਰਕੇ ਪੈਦਾ ਹੋ ਗਈ ਹੈ। ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਦੁਨੀਆ ਦੇ ਸਭ ਤੋਂ ਮਹਾਨ ਇਨਸਾਨ ਨੇ, ਪਰ ਐਸੇ ਵਿਰਲੇ ਨੇ। ਮਹਿਲਾ ਪੰਜਵਾਂ। ਅੰਦਰ ਵਿਧਾ ਸੱਚ ਨਾਏ, ਬਾਹਰ ਪੀ ਸੱਚ ਡਿਠੋਮ। ਡਿਠੋਮ ਦਾ ਮਤਲਬ ਮੈਂ ਵੇਖਿਆ ਹੈ। ਅੰਦਰ ਦਾ ਮਤਲਬ ਅੰਦਰਲਾ ਹਿਰਦਾ, ਸੋਚ। ਸੱਚ ਦਾ ਮਤਲਬ ਸੱਚ ਵਿੱਚ। ਨਾਏ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਵਿੱਚ। ਡਿਠੋਮ ਦਾ ਮਤਲਬ ਮੈਂ ਵੇਖਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਮੇਰਾ ਅੰਦਰਲਾ ਮਨ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਵਿਝ ਗਿਆ, ਤਾਂ ਮੈਂ ਬਾਹਰ ਵੀ ਉਹਨੂੰ ਵੇਖ ਲਿਆ ਚਾਰ ਚੁਫੇਰੇ। ਬਾਹਰ ਵੀ ਮੈਨੂੰ ਦਿਸ ਪਿਆ, ਬਾਹਰ ਵੀ ਸੱਚ ਡਿਠੋਮ, ਮੈਂ ਬਾਹਰ ਵੀ ਸੱਚ ਨੂੰ ਵੇਖ ਲਿਆ। ਜਦੋਂ ਮੇਰੀ ਅੰਦਰਲੀ ਸੋਚ, ਜਦੋਂ ਮੇਰਾ ਦਿਲ, ਜਦੋਂ ਮੈਂ ਦਿਲੋਂ ਇਸ ਚੀਜ਼ ਨੂੰ ਕਬੂਲ ਕੀਤਾ, ਮੈਂ ਆਪਣੇ ਅੰਦਰ ਵੇਖਿਆ, ਰੱਬੀ ਗੁਣਾਂ ਦੇ ਪ੍ਰੀਤ ਦੇ ਨਾਲ ਮੇਰਾ ਅੰਦਰਲਾ ਵਿਝ ਗਿਆ, ਮੈਂ ਆਪਣੇ ਅੰਦਰ ਉਹਨਾਂ ਸ਼ੁਭ ਗੁਣਾਂ ਨੂੰ ਤੱਕਿਆ, ਸੱਚ ਨਾਲ, ਦਇਆ ਨਾਲ, ਪਿਆਰ ਮੁਹੱਬਤ ਪਾਇਆ, ਤਾਂ ਮੈਨੂੰ ਬਾਹਰ ਵੀ ਰੱਬ ਨਜ਼ਰ ਨਹੀਂ ਪਿਆ। ਤਾਂ ਜਦੋਂ ਤੱਕ ਅੰਦਰਲਾ ਨਹੀਂ ਵਿਝਦਾ, ਉਦੋਂ ਤੱਕ ਬਾਹਰ ਰੱਬ ਦਿਸਦਾ ਨਹੀਂ। ਹੁਣ ਮੈਨੂੰ ਤੁਹਾਡੇ ਵਿੱਚ ਰੱਬ ਦਿਸਦਾ ਨਹੀਂ, ਮੈਂ ਤੁਹਾਡੇ ਨਾਲ ਰੱਬ ਨਹੀਂ ਦਿਸਦਾ ਦਾ ਮਤਲਬ ਮੈਂ ਤੁਹਾਡੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦਾ, ਆਮ ਬੰਦਾ ਨਹੀਂ ਨਾ ਕਰ ਰਿਹਾ। ਤਾਂ ਉਹਦਾ ਇਹ ਰੀਜ਼ਨ ਇਹ ਹੈ ਕਿ ਉਹਦਾ ਅੰਦਰਲਾ ਵਿਝਾ ਹੋਇਆ ਨਹੀਂ ਹੈ। ਉਦੋਂ ਅੰਦਰੋਂ ਇਹ ਚੀਜ਼ ਮੰਨ ਹੀ ਨਹੀਂ ਰਿਹਾ ਕਿ ਮੈਂ ਦੂਜੇ ਲੋਕਾਂ ਨਾਲ ਰੱਬ ਵਰਗਾ ਪਿਆਰ ਕਰਾਂ। ਅੰਦਰ ਮੰਨ ਨਹੀਂ ਰਿਹਾ, ਅੰਦਰ ਇਹ ਪ੍ਰੀਤ ਹੈ ਨਹੀਂ। ਤੇ ਜਦੋਂ ਅੰਦਰ ਹੀ ਪ੍ਰੀਤ ਨਹੀਂ ਤੇ ਬਾਹਰ ਵਿਹਾਰ ਨਹੀਂ ਬਦਲੇਗਾ। ਜਦੋਂ ਅੰਦਰਲਾ ਹੀ ਨਹੀਂ ਮੰਨ ਰਿਹਾ ਕਿ ਮੈਂ ਸੱਚ ਬੋਲਾਂ ਕਿ ਨਾ, ਤਾਂ ਫਿਰ ਬੰਦਾ ਸੱਚ ਨਹੀਂ ਬੋਲੇਗਾ। ਜਦੋਂ ਅੰਦਰਲੀ ਸੋਚ ਦੇ ਅੰਦਰ ਹੀ ਦਇਆ ਹੈ ਨਹੀਂ, ਤਾਂ ਬਾਹਰ ਸੋਚ ਕਿਵੇਂ ਕਰੇਗਾ, ਬਾਹਰ ਦਇਆ ਕਿਵੇਂ ਕਰੇਗਾ।
ਇਸ ਲਈ ਇਹ ਮੈਂਟੈਲਿਟੀ ਦੇ ਅੰਦਰ, ਮਾਨਸਿਕਤਾ ਦੇ ਅੰਦਰ ਇਹ ਚੀਜ਼ਾਂ ਆ ਜਾਣ ਤਾਂ ਵਿਹਾਰ ਦੇ ਅੰਦਰ ਪ੍ਰਗਟ ਹੁੰਦੀਆਂ ਨੇ। ਤਾਂ ਮਨੁੱਖੀ ਬਿਹੇਵੀਅਰ ਦੇ ਅੰਦਰ ਸਤ ਸੰਤੋਖ, ਦਇਆ, ਧਰਮ ਜਾਂ ਇਨਸਾਨੀਅਤ ਪ੍ਰਗਟ ਕਿਉਂ ਨਹੀਂ ਹੈ? ਲੋਕ ਇਹੋ ਜਿਹਾ ਵਿਹਾਰ ਕਿਉਂ ਨਹੀਂ ਕਰ ਰਹੇ, ਚਾਹੇ ਉਹ ਅਸੀਂ ਆ ਜਾਂ ਕੋਈ ਹੋਰ ਹੈ? ਉਹਦਾ ਇੱਕੋ ਹੀ ਰੀਜਨ ਹੈ ਕਿ ਸੋਚ ਅੰਦਰ ਇਹ ਚੀਜ਼ਾਂ ਹੈ ਨਹੀਂ। ਸੋਚ ਅੰਦਰ ਹੋਣ ਤੇ ਪ੍ਰਗਟ ਹੋਣ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਦੋਂ ਮੈਂ ਆਪਣੇ ਅੰਦਰ ਸੱਚ ਨੂੰ ਵੇਖਿਆ, ਜਦੋਂ ਮੇਰਾ ਅੰਦਰ ਸੱਚ ਦੇ ਨਾਲ ਵਿਝ ਗਿਆ, ਉਦੋਂ ਮੈਨੂੰ ਬਾਹਰ ਵੀ ਸੱਚ ਦਿਸ ਗਿਆ, ਮੇਰੇ ਬਿਹੇਵੀਅਰ ਦੇ ਅੰਦਰ ਵੀ ਸੱਚ ਆ ਗਿਆ। ਨਾਨਕ ਰਵਿਆ ਹਬ ਥਾਏ, ਵਣ ਤ੍ਰਿਣ ਤ੍ਰਿਪਵਨ ਰੋਮ। ਰਵਿਆ ਦਾ ਮਤਲਬ ਵਿਆਪਕ, ਹਬ ਥਾਏ ਤੋਂ ਮਤਲਬ ਹਰ ਥਾਂ ਵਿੱਚ, ਵਣ ਦਾ ਮਤਲਬ ਵਣ ਵਿੱਚ, ਵਨਸਪਤੀ ਵਿੱਚ, ਤ੍ਰਿਣ ਦਾ ਮਤਲਬ ਤਿਨਕਿਆਂ ਵਿੱਚ, ਰੋਮ ਦਾ ਮਤਲਬ ਰੋਮ ਰੋਮ ਵਿੱਚ, ਤ੍ਰਿਪਵਨ ਦਾ ਮਤਲਬ ਪੂਰੇ ਸੰਸਾਰ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਹੁਣ ਮੈਨੂੰ ਇਉਂ ਦਿਸਦਾ ਹੈ ਕਿ ਪ੍ਰਭੂ ਹਰੇਕ ਥਾਂ ਵਿੱਚ ਮੌਜੂਦ ਹੈ, ਵਨਸਪਤੀ ਵਿੱਚ ਮੌਜੂਦ ਹੈ, ਵਣ ਤ੍ਰਿਣ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਮੌਜੂਦ ਹੈ, ਰੋਮ ਰੋਮ ਵਿੱਚ ਇੱਕ ਹੀ ਵਸਿਆ ਹੋਇਆ ਹੈ, ਇੱਕ ਹੀ ਫੈਲਿਆ ਹੋਇਆ ਹੈ। ਮੈਨੂੰ ਚਾਰ ਚੁਫੇਰੇ ਨਜ਼ਰੀ ਪੈ ਰਿਹਾ ਹੈ। ਕਦੋਂ ਪਿਆ ਨਜ਼ਰੀ? ਜਦੋਂ ਸੋਚ ਵਿਝ ਗਈ, ਜਦੋਂ ਅੰਦਰ ਸੱਚ ਦੇ ਨਾਲ ਜੁੜ ਗਿਆ। ਪੌੜੀ, ਆਪੇ ਕੀਤੋ ਰਚਨ ਆਪੇ ਹੀ ਰਤਿਆ। ਰਤਿਆ ਦਾ ਮਤਲਬ ਰਚਿਆ ਹੋਇਆ, ਮਿਲਿਆ ਹੋਇਆ। ਕੀਤੋ ਰਚਨ ਦਾ ਮਤਲਬ ਜਗਤ ਦੀ ਰਚਨਾ ਕੀਤੀ ਹੈ। ਤਾਂ ਪ੍ਰਭੂ ਨੇ ਆਪ ਹੀ ਜਗਤ ਦੀ ਰਚਨਾ ਰਚੀ ਹੈ ਤੇ ਆਪ ਹੀ ਇਹਦੇ ਵਿੱਚ ਮਿਲਿਆ ਹੋਇਆ ਹੈ। ਰਚਨਾ ਤੋਂ ਬਾਹਰ ਨਹੀਂ ਹੈ। ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ। ਆਪ ਹੀ ਰਚਨਾ ਰਚ ਕੇ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਰਚਨਾ ਤੋਂ ਬਾਹਰ ਨਹੀਂ ਹੈ। ਕਾਸ਼ ਲੋਕਾਂ ਨੂੰ ਇਹ ਗੱਲ ਸਮਝ ਆ ਜਾਏ, ਜੋ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਉਹਨਾਂ ਨੂੰ ਇਹ ਗੱਲ ਸਮਝ ਆ ਜਾਏ ਔਰ ਉਹ ਇਸ ਗੱਲ ਨੂੰ ਫੋਲੋ ਕਰ ਲੈਣ, ਅਪਣਾ ਲੈਣ, ਇੰਪਲੀਮੈਂਟ ਕਰ ਲੈਣ, ਤਾਂ ਸੰਸਾਰ ਸਵਰਗ ਹੋ ਜਾਏਗਾ। ਰਚਨਾ ਤੋਂ ਬਾਹਰ ਰਚਨਹਾਰ ਨਹੀਂ ਹੈ। ਮੇਰੇ ਅੰਦਰ ਉਹ ਹੈ, ਤੁਹਾਡੇ ਅੰਦਰ ਉਹ ਹੈ। ਜੇ ਲੋਕ ਇਸ ਗੱਲ ਤੇ ਵਿਸ਼ਵਾਸ ਕਰ ਲੈਣ ਤਾਂ ਫਿਰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਹੋਊਗਾ। ਅਸਲ ਦੇ ਅੰਦਰ ਰੱਬ ਤੋਂ ਵਖੇਵਾ ਸਾਡਾ ਭੁਲੇਖਾ ਹੀ ਤੇ ਹੈ ਕਿ ਮੈਂ ਰੱਬ ਤੋਂ ਵੱਖਰਾ ਹਾਂ। ਜਿਵੇਂ ਇੱਕ ਬੁਲਬੁਲਾ ਸਮੁੰਦਰ ਦੇ ਵਿੱਚ ਉੱਠਿਆ ਹੈ ਤੇ ਉਹ ਬੁਲਬੁਲਾ ਕਹੇ ਕਿ ਮੈਂ ਸਮੁੰਦਰ ਨੂੰ ਮਿਲਣਾ ਚਾਹਨਾ, ਮੈਂ ਸਮੁੰਦਰ ਨੂੰ ਲੱਭਣਾ ਚਾਹਨਾ, ਮੈਂ ਸਮੁੰਦਰ ਨੂੰ ਖੋਜਣਾ ਚਾਹਨਾ, ਤਾਂ ਕਿਵੇਂ ਖੋਜੇਗਾ? ਉਹਦਾ ਮੈਂ ਵੱਖਰਾ, ਇਹੀ ਤਾਂ ਉਹਦਾ ਭੁਲੇਖਾ ਹੈ, ਇਹੀ ਦਾ ਉਹਦਾ ਦੁਖਾਂਤ ਹੈ। ਬੁਲਬੁਲਾ ਸਮੁੰਦਰ ਤੋਂ ਵੱਖਰਾ ਹੈ ਹੀ ਨਹੀਂ ਹੈ ਨਾ, ਖੋਜਣ ਕਿੱਥੇ ਜਾਏਗਾ? ਜੇ ਸਮੁੰਦਰ ਦੀ ਇੱਕ ਲਹਿਰ ਇਹ ਕਹੇ ਕਿ ਮੈਂ ਸਮੁੰਦਰ ਵਿੱਚ ਮਿਲਣਾ ਚਾਹੁੰਦੀ ਹਾਂ, ਮੈਨੂੰ ਸਮੁੰਦਰ ਵਿੱਚ ਮਿਲਾਓ, ਮੈਂ ਸਮੁੰਦਰ ਨੂੰ ਲੱਭਣਾ ਹੈ, ਮੈਨੂੰ ਕੋਈ ਢੰਗ ਦੱਸੋ ਕਿ ਮੈਂ ਸਮੁੰਦਰ ਨੂੰ ਲੱਭਾਂ, ਤਾਂ ਉਹਦਾ ਵੱਖਰਾਪਨ ਮਹਿਸੂਸ ਕਰਨਾ ਹੀ ਤਾਂ ਉਹਦਾ ਦੁਖਾਂਤ ਹੈ। ਕਿਵੇਂ ਲੱਭੇਗੀ ਲਹਿਰ ਇੱਕ? ਤੇ ਜੇ ਲਹਿਰ ਲੱਭਣ ਵਾਸਤੇ ਸਮੁੰਦਰ ਤੋਂ ਬਾਹਰ ਹੋ ਗਈ ਤਾਂ ਕਿੰਨਾ ਵੱਡਾ ਦੁਖਾਂਤ ਵਾਪਰ ਜਾਏਗਾ। ਕਿਵੇਂ ਲੱਭੇਗੀ ਇੱਕ ਲਹਿਰ? ਲਹਿਰ ਦੀ ਹੋਂਦ ਨਹੀਂ ਹੈ ਸਮੁੰਦਰ ਤੋਂ ਬਿਨਾਂ। ਉਹ ਆਪਣੇ ਮੈਂ ਨੂੰ ਮਿਟਾ ਦੇਵੇ ਤਾਂ ਸਮੁੰਦਰ ਹੋ ਜਾਏਗਾ। ਉਹਦਾ ਮੈਂ ਹੋਣਾ ਹੀ ਉਹਦਾ ਦੁਖਾਂਤ ਹੈ। ਇਸੇ ਤਰ੍ਹਾਂ ਸਾਡਾ ਮੈਂ ਹੋਣਾ ਹੀ ਤਾਂ ਇੱਕ ਦੁਖਾਂਤ ਹੈ ਕਿ ਮੈਂ ਰੱਬ ਨੂੰ ਲੱਭਣਾ ਚਾਹੁੰਦਾ। ਕਿਹੜੇ ਰੱਬ ਨੂੰ ਲੱਭਣਾ ਚਾਹੁੰਦਾ? ਰੱਬ ਤੋਂ ਵੱਖਰੀ ਤੇਰੀ ਹੋਂਦ ਹੀ ਹੈ ਨਹੀਂ। ਇੱਕ ਬੁਲਬੁਲੇ ਦੀ ਹੋਂਦ ਨਹੀਂ ਹੈ ਸਮੁੰਦਰ ਤੋਂ ਬਿਨਾਂ, ਇੱਕ ਲਹਿਰ ਦੀ ਹੋਂਦ ਨਹੀਂ ਹੈ ਸਮੁੰਦਰ ਤੋਂ ਬਿਨਾਂ। ਇੱਕ ਧਰਤੀ ਦਾ ਨਿੱਕਾ ਜਿਹਾ ਕਿਣਕਾ ਧਰਤੀ ਨੂੰ ਲੱਭਣ ਤੁਰ ਪਏ, ਭਲੇ ਪੁਰਸ਼ਾ ਤੇਰੀ ਹੋਂਦ ਹੀ ਨਹੀਂ ਹੈ। ਮੈਂ ਰੱਬ ਨੂੰ ਲੱਭਣ ਤੁਰ ਪਵਾਂ, ਕਿੱਥੇ ਲੱਭਾਂਗਾ? ਮੈਂ ਰੱਬ ਨੂੰ ਲੱਭਣ ਤੁਰ ਪਵਾਂਗਾ, ਗਵਾਚ ਜਾਵਾਂਗਾ। ਮੈਂ ਆਪਣੇ ਆਪ ਨੂੰ ਖਤਮ ਕਰ ਦਿਆਂ ਤਾਂ ਮੈਂ ਰੱਬ ਹੀ ਹੈਗਾ ਵਾ ਨਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना हूं, जब आपा पर का मिट गया, जत देखो तत तू। मैं ਤੂੰ ਕਰਦਾ ਤੇਰਾ ਹੀ ਰੂਪ ਹੋ ਗਿਆ। ਜਦੋਂ ਮੇਰੇ ਅੰਦਰੋਂ ਆਪਣੇ ਪਰਾਏ ਦੇ ਵਿਤਕਰੇ ਮਿਟ ਗਏ ਤਾਂ ਮੈਂ ਜਿੱਧਰ ਵੇਖਦਾ ਤੂੰ ਹੀ ਤੂੰ ਪਸਰਿਆ ਹੋਇਆ ਹੈ। ਤਾਂ ਆਪ ਹੀ ਰਚਿਆ ਹੋਇਆ ਹੈ। ਆਪੇ ਹੋਇਓ ਇੱਕ, ਆਪੇ ਬਹੁ ਭੱਤਿਆ। ਭੱਤਿਆ ਦਾ ਮਤਲਬ ਭਾਂਤੀ ਦਾ, ਤਰ੍ਹਾਂ ਦਾ। ਕਰਤਾਰ ਆਪ ਹੀ ਇੱਕ ਹੈ ਔਰ ਆਪ ਹੀ ਬਹੁ ਰੰਗਾਂ ਵਾਲਾ ਹੈ। ਜਦੋਂ ਸਮੁੰਦਰ ਸ਼ਾਂਤ ਖੜਾ ਹੈ ਨਾ, ਉਦੋਂ ਵੀ ਪਾਣੀ ਹੈ।
ਤੇ ਜਦੋਂ ਲਹਿਰਾਂ ਉੱਠਦੀਆਂ ਨੇ, ਹਜ਼ਾਰਾਂ ਹਜ਼ਾਰਾਂ ਲਹਿਰਾਂ ਨੇ, ਉਦੋਂ ਵੀ ਪਾਣੀ। ਸੋਨਾ ਜਦੋਂ ਡਲੀ ਸੀ ਨਾ, ਉਦੋਂ ਵੀ ਸੋਨਾ ਸੀ। ਤੇ ਸੋਨੇ ਦੇ ਜਦੋਂ ਗਹਿਣੇ ਬਣ ਗਏ, ਛਾਪ, ਛੱਲੇ, ਜੰਜੀਰਾਂ, ਉਦੋਂ ਵੀ ਸੋਨਾ ਹੀ ਹੈ। ਸੋਨਾ ਸੋਨਾ ਹੀ ਹੈ, ਚਾਹੇ ਉਹ ਡਲੀ ਹੈ, ਚਾਹੇ ਉਹ ਗਹਿਣੇ ਨੇ। ਰੱਬ ਰੱਬ ਹੀ ਹੈ, ਚਾਹੇ ਉਹ ਨਿਰਾਕਾਰ ਹੈ ਇਹ ਸੰਸਾਰ ਰਚਨਾ ਤੋਂ ਪਹਿਲਾਂ, ਜਾਂ ਉਹ ਰਚਨਾ ਦੇ ਅੰਦਰ ਬਦਲ ਗਿਆ ਹੈ, ਉਹ ਹੀ ਹੈ, ਇੱਕ ਹੀ ਹੈ। ਆਪ ਹੀ ਇੱਕ ਹੈ, ਆਪ ਹੀ ਬਹੁਭਾਂਤੀ ਹੈ, ਭਾਵ ਨਿਰਗੁਣ ਸਰਗੁਣ ਇੱਕੋ ਹੀ ਹੈ। ਆਪੇ ਸਭਨਾ ਮੰਝ ਆਪੇ ਬਾਹਰਾ, ਸਾਰਿਆਂ ਦੇ ਵਿੱਚ ਵੀ ਉਹੀ ਹੈ ਤੇ ਬਾਹਰ ਵੀ ਉਹੀ ਹੈ। ਇਹ ਚੀਜ਼ ਨੂੰ ਸਮਝ ਲੈਣਾ, ਸਾਰਿਆਂ ਦੇ ਵਿੱਚ ਵੀ ਤੇ ਬਾਹਰ ਵੀ। ਹੁਣ ਮੇਰੇ ਵਿੱਚ ਵੀ ਉਹੀ ਹੈ ਤੇ ਮੇਰੇ ਤੋਂ ਬਾਹਰ ਤੁਹਾਡੇ ਵਿੱਚ ਵੀ ਉਹੀ ਹੈ, ਮੇਰੇ ਤੋਂ ਬਾਹਰ ਇਸ ਸੰਸਾਰ ਵਿੱਚ ਵੀ ਉਹੀ ਹੈ। ਇਹ ਨਹੀਂ ਇਕੱਲਾ ਮੇਰੇ ਵਿੱਚ ਹੀ ਹੈ, ਤੁਹਾਡੇ ਵਿੱਚ ਵੀ ਉਹੀ ਹੈ, ਮੇਰੇ ਤੋਂ ਬਾਹਰ ਵੀ ਉਹੀ ਹੈ। ਆਪੇ ਜਾਣੇ ਦੂਰ ਆਪੇ ਹੀ ਜ਼ਾਹਰਾ, हे ਪ੍ਰਭੂ ਤੇਰੇ ਆਪਣੇ ਆਪੇ ਨੂੰ ਹੀ ਕੋਈ ਦੂਰ ਸਮਝਦਾ ਹੈ ਔਰ ਤੇਰੇ ਆਪਣੇ ਆਪੇ ਨੂੰ ਹੀ ਕੋਈ ਨੇੜੇ ਸਮਝਦਾ ਹੈ। ਤੂੰ ਆਪ ਹੀ ਬੰਦੇ ਦੇ ਨਜ਼ਦੀਕ ਔਰ ਆਪ ਹੀ ਦੂਰ ਹੈ। ਬੰਦੇ ਦੀ ਸੋਚ ਨਾ, ਆਪੇ ਜਾਣੇ ਦੂਰ, ਤੈਨੂੰ ਤੇਰੇ ਆਪਣੇ ਆਪੇ ਨੂੰ ਹੀ ਬੰਦਾ ਨੇੜੇ ਸਮਝ ਲੈਂਦਾ ਹੈ ਔਰ ਆਪੇ ਹੀ ਦੂਰ। ਯਾਨੀ ਇੱਥੇ ਨੇੜੇ ਵੀ ਤੂੰ ਹੀ ਹੈ, ਮੇਰੇ ਚਾਰ ਚਫੇਰੇ, ਤੇ ਮੇਰੇ ਤੋਂ ਬਹੁਤ ਦੂਰ ਵਿਸ਼ਾਲ ਸੰਸਾਰ ਵਿੱਚ ਵੀ ਤੂੰ ਹੀ ਹੈ। ਤੂੰ ਹੀ ਜਾਣਿਆ ਜਾਂਦਾ ਹੈ, ਤੇਰੇ ਤੋਂ ਇਲਾਵਾ ਹੋਰ ਨੇੜੇ ਔਰ ਦੂਰ ਕੋਈ ਨਹੀਂ। ਆਪੇ ਹੋਵੇ ਗੁਪਤ ਆਪੇ ਪ੍ਰਗਟੀਐ, ਤੂੰ ਆਪ ਹੀ ਗੁਪਤ ਹੈ, ਆਪ ਹੀ ਪ੍ਰਗਟ ਹੈ। ਹੁਣ ਗੁਪਤ ਔਰ ਪ੍ਰਗਟ ਕਿਵੇਂ ਹੈ? ਦੇਖੋ, ਮੇਰਾ ਔਰ ਤੁਹਾਡਾ ਸਰੀਰ ਪ੍ਰਗਟ ਹੈ ਨਾ, ਇਹ ਸਾਡਾ ਪ੍ਰਤੱਖ ਰੂਪ ਹੈ। ਪਰ ਸਰੀਰ ਦੇ ਅੰਦਰ ਕਿੰਨਾ ਕੁਝ ਐਸਾ ਹੈ ਜੋ ਗੁਪਤ ਹੈ, ਜਿਸ ਬਾਰੇ ਮੈਨੂੰ ਪਤਾ ਨਹੀਂ ਕਿ ਮੇਰੇ ਸਰੀਰ ਦੇ ਵਿੱਚ ਰੋਟੀ ਖਾਣ ਨਾਲ ਖੂਨ ਕਿਵੇਂ ਬਣ ਜਾਂਦਾ ਹੈ, ਮੇਰੇ ਅੰਦਰ ਜੋ ਸਰੀਰ ਦੇ ਨੇਮ ਕਿਵੇਂ ਚੱਲ ਰਹੇ ਨੇ, ਉਹ ਗੁਪਤ ਨੇ, ਉਹਨਾਂ ਬਾਰੇ ਮੈਨੂੰ ਪਤਾ ਵੀ ਨਹੀਂ, ਲੇਕਿਨ ਚੱਲੀ ਜਾ ਰਿਹਾ। ਇਹ ਸੰਸਾਰ ਜਿਹੜਾ ਦਿਸ ਰਿਹਾ ਹੈ, ਇਹ ਤਾਂ ਦਿਸ ਰਿਹਾ, ਲੇਕਿਨ ਇਹ ਜਿਹੜਾ ਨੇਮਾਂ ਦੇ ਨਾਲ ਚੱਲ ਰਿਹਾ ਹੈ, ਉਹ ਨੇਮ ਗੁਪਤ ਨੇ ਨਾ, ਉਹਨਾਂ ਨੇਮਾਂ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ। ਪ੍ਰਗਟ ਵੀ ਤੂੰ ਹੈ, ਗੁਪਤ ਵੀ ਤੂੰ ਹੈ। ਹੁਣ ਕਈ ਲੋਕ ਨੇ, ਉਹਨਾਂ ਦੇ ਅੰਦਰ ਗੁਣ ਪ੍ਰਗਟ ਨੇ, ਉਹਨਾਂ ਦੀ ਸੋਚ ਭਾਈ ਕਨਈਏ ਵਰਗੀ ਹੈ, ਲੇਕਿਨ ਕਈ ਨੇ ਉਹਨਾਂ ਦੇ ਅੰਦਰ ਗੁਪਤ ਹੈ। ਗੁਪਤ ਵੀ ਤੂੰ ਹੈ, ਪ੍ਰਗਟ ਵੀ ਤੂੰ ਹੈ, ਭਾਵ ਸਭ ਥਾਵਾਂ ਤੇ ਤੂੰ ਹੀ ਤੂੰ ਹੈ। ਕੀਮਤ ਕਿਸੇ ਨਾ ਪਾਏ ਤੇਰੀ ਥੱਟੀਏ, ਥੱਟੀਏ ਦਾ ਮਤਲਬ ਥਾਟ, ਰਚਨਾ। ਕਿਸੇ ਤੋਂ ਵੀ ਤੇਰੀ ਇਸ ਰਚਨਾ ਦਾ ਮੁੱਲ ਨਹੀਂ ਪੈਂਦਾ, ਕੋਈ ਵੀ ਤੇਰੀ ਇਸ ਰਚਨਾ ਦਾ ਅੰਤ ਨਹੀਂ ਜਾਣਦਾ। ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ, ਅਗਣਤ ਦਾ ਮਤਲਬ ਜਿਸ ਦੇ ਗੁਣ ਗਿਣੇ ਨਾ ਜਾ ਸਕੇ। ਤੂੰ ਗੰਭੀਰ ਹੈ, ਗਹਿਰਾ ਹੈ, ਗੁਣਾਂ ਦਾ ਸਾਗਰ ਹੈ, ਤੇਰੀ ਥਾਂ ਨਹੀਂ ਪੈ ਸਕਦੀ। ਤੂੰ ਬੇਅੰਤ ਹੈ, ਤੇਰੇ ਗੁਣ ਅਨੰਤ ਨੇ, ਤੇਰੇ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ। ਨਾਨਕ ਵਰਤੈ ਇੱਕ, ਇੱਕੋ ਇੱਕ ਤੂੰ। हे ਨਾਨਕ, ਹਰ ਥਾਂ ਇੱਕ ਪ੍ਰਭੂ ਹੀ ਮੌਜੂਦ ਹੈ, ਇੱਕ ਤੂੰ ਹੀ ਤੂੰ ਹੈ, ਤੇਰੇ ਤੋਂ ਬਿਨਾ ਕੁਝ ਹੋਰ ਹੈ ਹੀ ਨਹੀਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਨਾਨਕ, ਹਰ ਥਾਂ ਵਰਤੈ ਇੱਕ ਦਾ ਮਤਲਬ ਇੱਕ ਹੀ ਵਰਤ ਰਿਹਾ ਹੈ, ਇੱਕੋ ਇੱਕ ਤੂੰ ਦਾ ਮਤਲਬ ਇੱਕ ਤੂੰ ਹੀ ਤੂੰ ਵਰਤ ਰਿਹਾ, ਤੇਰੇ ਤੋਂ ਬਿਨਾ ਇਸ ਦੁਨੀਆ ਦੇ ਅੰਦਰ ਕੁਝ ਹੋਰ ਹੈ ਹੀ ਨਹੀਂ ਹੈ। ਤਾਂ ਜੇ ਚੀਜ਼ਾਂ ਸਾਡੀ ਸਮਝ ਵਿੱਚ ਆ ਜਾਣ ਆਮ ਇਨਸਾਨਾਂ ਦੀ, ਔਰ ਇਹਨਾਂ ਪਾਵਨ ਬਚਨਾਂ ਦੇ ਉੱਤੇ ਜੇ ਕੋਈ ਅਮਲ ਕਰ ਲੈ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਲੈ, ਤਾਂ ਕਿਤਨਾ ਸੁੰਦਰ ਜੀਵਨ ਹੋ ਜਾਏਗਾ, ਕਿੰਨੀ ਸੁਹਾਵਣੀ ਉੱਚੀ ਸੋਚ ਮਨੁੱਖ ਦੀ ਹੋ ਜਾਏਗੀ, ਕਿੰਨਾ ਸੌਖਾ ਸੁਖਾਲਾ ਇਹ ਜੀਵਨ ਹੋ ਜਾਏਗਾ। ਮੇਰੇ ਖਿਆਲ 'ਚ ਅਸੀਂ ਇਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਤਾਂ ਗੁਰੂ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਨੂੰ ਇੰਪਲੀਮੈਂਟ ਕਰ ਸਕੀਏ, ਗੁਰਬਾਣੀ ਅਨੁਸਾਰ ਅਸੀਂ ਜ਼ਿੰਦਗੀ ਜੀ ਸਕੀਏ, ਜਿਸ ਕਰਕੇ ਸਾਡੀ ਪਰਸਨਲ ਲਾਈਫ, ਫੈਮਿਲੀ ਲਾਈਫ ਔਰ ਸੋਸ਼ਲ ਲਾਈਫ ਸਵਰਗ ਹੋ ਸਕੇ। ਤਾਂ ਮੈਂ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤੇ ਉਹ ਵਿਊਜ਼ ਦੇ ਸਕਦਾ ਹੈ। ਅੱਜ ਰਾਮਕਲੀ ਕੀ ਜੋ ਦੂਜੀ ਵਾਰ ਸੀ, ਉਹਦੀ ਸਮਾਪਤੀ ਹੋ ਗਈ ਹੈ। ਇਸ ਵਾਰ ਦੇ ਵਿੱਚੋਂ ਆਪ ਨੇ ਕੀ ਸਿੱਖਿਆ ਹੈ, ਇਹਦੇ ਬਾਰੇ ਆਪ ਵਿਚਾਰ ਦੇ ਸਕਦੇ ਹੋ। ਸਾਡੇ ਕੋਲ 15-20 ਮਿੰਟ ਹੈ ਨੇ, ਔਰ ਕੱਲ ਤੋਂ ਲੈ ਕੇ ਜੋ ਅਗਲੀ ਤੀਜੀ ਵਾਰ ਹੈ ਉਹ ਸ਼ੁਰੂ ਹੋ ਜਾਏਗੀ ਅਗਲੇ ਅੰਗ ਤੋਂ, ਤੇ ਉਹ ਆਪਾਂ ਸੋਮਵਾਰ ਤੋਂ ਸ਼ੁਰੂ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ